ਸੋ ਅੱਜ ਅਸੀਂ ਭਗਵਦ ਗੀਤਾ ਦੇ ਪਹਿਲੇ ਅਧਿਆਏ ਦੇ ਲਾਸਟ ਵਾਲੇ 2 ਸ਼ਲੋਕ ਡਿਸਕਸ ਕਰਨ ਜਾ ਰਹੇ ਹਾਂ। ਜਿੱਦਾਂ ਕਿ ਪਿਛਲੇ ਜਿਹੜੇ ਸ਼ਲੋਕ ਸੀਗੇ ਉਹਨਾਂ ਵਿੱਚ ਆਪਾਂ ਡਿਸਕਸ ਕੀਤਾ ਸੀਗਾ ਕਿ ਕਿੱਦਾਂ ਜਿਹੜਾ ਅਰਜੁਨ ਹੈ ਉਹ ਯੁੱਧ ਕਰਨ ਤੋਂ ਇਨਕਾਰ ਕਰ ਰਿਹਾ। ਅੱਜ ਦੇ ਸ਼ਲੋਕਾਂ ਦੇ ਵਿੱਚ ਆਪਾਂ ਦੇਖਾਂਗੇ ਕਿ ਅਰਜੁਨ ਨੇ ਆਪਣੇ ਹਥਿਆਰ ਜਿਹੜੇ ਆ ਉਹ ਸੁੱਟ ਦਿੱਤੇ ਆ, ਔਰ ਹਥਿਆਰ ਸੁੱਟਣ ਤੋਂ ਬਾਅਦ ਅਰਜੁਨ ਜਿਹੜਾ ਆ ਉਹ ਰੱਥ ਉੱਤੇ ਬਹਿ ਜਾਂਦਾ ਹੈ ਔਰ ਬਿਲਕੁਲ ਹੀ ਅਸਹਾਏ ਹੋ ਕੇ ਜਿਹੜਾ ਆ ਭਗਵਾਨ ਵੱਲ ਦੇਖਦਾ ਹੈ ਰੱਥ ਉੱਤੇ ਬਹਿ ਕੇ। ਤਾਂ ਮੈਂ ਪਹਿਲਾ ਸ਼ਲੋਕ ਪੜ੍ਹਦਾ। ਸ਼ਲੋਕ ਹੈ ਯਦि ਮਾਮ ਅਪ੍ਰਤੀਕਾਰਮ ਅਸ਼ਸਤਰਮ ਸ਼ਸਤਰ ਪ੍ਰਾਣਯ ਧ੍ਰਾਤਰਾਸ਼ਟਰਾ ਰਣੇ ਹਨਿयुस तन्मे क्षेत्रम भवेत। अनुवाद श्रील प्रभुपाद लिख रहे, श्रील प्रभुपाद दी जय। श्रील प्रभुपाद लिख रहे हैं जेकर शस्त्रधारी ਧ੍ਰਿਤਰਾਸ਼ਟਰ ਦੇ ਪੁੱਤਰ ਨਿਹੱਥੇ ਅਤੇ ਜੰਗ ਦੇ ਮੈਦਾਨ ਵਿੱਚ ਵਿਰੋਧ ਨਾ ਕਰਨ ਵਾਲੇ ਮੈਨੂੰ ਮਾਰਨ ਤਾਂ ਇਹ ਮੇਰੇ ਲਈ ਉੱਤਮ ਹੋਵੇਗਾ। ਮਤਲਬ ਇੱਥੇ ਅਰਜੁਨ ਕਹਿ ਰਿਹਾ ਭਗਵਾਨ ਨੂੰ ਕਿ ਜੇਕਰ ਸ਼ਸਤਰਧਾਰੀ ਧ੍ਰਿਤਰਾਸ਼ਟਰ ਦੇ ਪੁੱਤਰ, ਜਿਹੜੇ ਧ੍ਰਿਤਰਾਸ਼ਟਰ ਦੇ ਪੁੱਤਰ ਨੇ ਜਿਨ੍ਹਾਂ ਨੇ ਸ਼ਸਤਰ ਫੜੇ ਹੋਏ ਨੇ, ਪੁੱਤਰ ਨਿਹੱਥੇ ਅਤੇ ਜੰਗ ਦੇ ਮੈਦਾਨ ਵਿੱਚ ਵਿਰੋਧ ਨਾ ਕਰਨ ਵਾਲੇ ਮੈਨੂੰ ਮਾਰਨ, ਕਿ ਮੈਂ ਤਾਂ ਨਿਹੱਥਾਂ ਹੈ ਨਾ, ਔਰ ਮੈਂ ਜੰਗ ਦੇ ਮੈਦਾਨ ਵਿੱਚ ਮੈਂ ਲੜਾਈ ਨਹੀਂ ਕਰਨਾ ਚਾਹੁੰਦਾ। ਜੇਕਰ ਉਹ ਮੈਨੂੰ ਮਾਰਨ ਵੀ ਤੇ ਇਹ ਵੀ ਮੇਰੇ ਲਈ ਬੈਨੀਫਿਟ ਹੀ ਹੋਏਗਾ, ਇਹ ਮੇਰੇ ਲਈ ਉੱਤਮ ਹੋਵੇਗਾ। ਅਗਲੇ ਸ਼ਲੋਕ 'ਚ ਸੰਜੇ ਕਹਿ ਰਿਹਾ, ਇਹ ਜਿਹੜਾ ਹੈ ਇੰਨੀ ਗੱਲ ਕਹਿ ਕੇ ਜਿਹੜਾ ਅਰਜੁਨ ਹੈ ਉਹ ਬਹਿ ਜਾਂਦਾ ਆਪਣੇ ਰੱਥ ਤੇ। ਸੰਜੇ ਹੁਣ ਧ੍ਰਿਤਰਾਸ਼ਟਰ ਨੂੰ ਦੱਸ ਰਿਹਾ। ਧ੍ਰਿਤਰਾਸ਼ਟਰ ਜਿਹੜਾ ਹੈ ਉਹ ਸੰਜੇ ਔਰ ਧ੍ਰਿਤਰਾਸ਼ਟਰ ਜਿਹੜੇ ਕਿਸੇ ਹੋਰ ਜਗ੍ਹਾ ਤੇ ਬੈਠੇ ਆ, ਰਾਜ ਮਹਿਲ ਦੇ ਵਿੱਚ ਬੈਠੇ, ਔਰ ਸੰਜੇ ਕੋਲ ਦਿਵਯ ਦ੍ਰਿਸ਼ਟੀ ਹੈ ਔਰ ਉਹ ਪੂਰਾ ਦਾ ਯੁੱਧ ਦਾ ਹਾਲ ਜਿਹੜਾ ਉਹ ਚੱਲ ਰਿਹਾ, ਜੋ ਵੀ ਯੁੱਧ ਚੱਲ ਰਿਹਾ ਉਹ ਸਾਰਾ ਐਜ਼ ਇਟ ਇਜ਼ ਜਿਹੜਾ ਆ ਉਹ ਧ੍ਰਿਤਰਾਸ਼ਟਰ ਨੂੰ ਸੁਣਾ ਰਿਹਾ। ਔਰ ਸੰਜੇ ਕਹਿ ਰਿਹਾ, ਸੰਜੇ ਵਾਚ ਏਵ ਮੁਕਤਵਾ ਅਰਜੁਨਾ ਸੰਖੇ ਰਥੋਪਸਤ ਉਪਾविशत विसर्जय संशरम चापम शोक संविग मानसा। ਸੰਜੇ ਨੇ ਕਿਹਾ, ਜੰਗ ਦੇ ਮੈਦਾਨ ਵਿੱਚ ਇਸ ਤਰ੍ਹਾਂ ਕਹਿ ਕੇ ਅਰਜੁਨ ਨੇ ਆਪਣਾ ਧਨੁਸ਼ ਅਤੇ ਬਾਣ ਇੱਕ ਪਾਸੇ ਰੱਖ ਦਿੱਤਾ ਅਤੇ ਦੁਖੀ ਮਨ ਨਾਲ ਰੱਥ ਦੇ ਆਸਣ ਤੇ ਬੈਠ ਗਿਆ। ਮਤਲਬ ਇੱਥੇ ਅਰਜੁਨ ਨੇ ਆਪਣੇ ਜਿਹੜੇ ਹਥਿਆਰ ਆ ਉਹ ਸੁੱਟ ਦਿੱਤੇ ਔਰ ਉਹ ਜਿਹੜਾ ਆਪਣੇ ਆਸਣ ਦੇ ਉੱਤੇ ਰੱਥ ਦੇ ਉੱਤੇ ਬਹਿ ਗਿਆ। ਸ਼੍ਰੀਲ ਪ੍ਰਭੂਪਾਦ ਇਹਦੇ ਤਾਤਪਰਯ 'ਚ ਲਿਖਦੇ ਆ, ਸ਼੍ਰੀਲ ਪ੍ਰਭੂਪਾਦ ਲਿਖ ਰਿਹਾ ਕਿ ਜਿਹੜੇ ਖੱਤਰੀ ਹੁੰਦੇ ਆ, ਖੱਤਰੀਏ ਜਿਹੜੇ ਹੁੰਦੇ ਆ ਉਹ ਜਦੋਂ ਯੁੱਧ ਕਰਦੇ ਆ ਤਾਂ ਯੁੱਧ ਦੇ ਕੁਝ ਨਿਯਮ ਹੁੰਦੇ ਆ। ਯੁੱਧ ਦਾ ਨਿਯਮ ਇਹ ਹੁੰਦਾ ਹੈ ਕਿ ਜਿੱਦਾਂ ਫੋਰ ਐਗਜ਼ਾਮਪਲ ਇੱਕ ਜਿਹੜਾ ਯੋਧਾ ਜਿਹੜਾ ਉਹ ਯੁੱਧ ਕਰ ਰਿਹਾ ਹਾਂ, ਤੇ ਜੇ ਉਹਦੇ ਕੋਲ ਹਥਿਆਰ ਨਹੀਂ ਹੈਗਾ ਤਾਂ ਦੂਸਰਾ ਜਿਹੜਾ ਯੋਧਾ ਵਾ ਉਹਦਾ ਵੀ ਇਹੀ ਫਰਜ਼ ਬਣਦਾ ਕਿ ਉਹ ਬਿਨਾਂ ਹਥਿਆਰਾਂ ਤੋਂ ਲੜਾਈ ਕਰੇ। ਜੇਕਰ ਇੱਕ ਯੋਧਾ ਰੱਥ ਦੇ ਉੱਪਰ ਹੈ ਔਰ ਦੂਸਰਾ ਯੋਧਾ ਰੱਥ ਦੇ ਉੱਤੇ ਨਹੀਂ ਹੈ ਤਾਂ ਇਹ ਫਰਜ਼ ਬਣਦਾ ਦੂਸਰੇ ਯੋਧਾ ਦਾ ਕਿ ਉਹ ਵੀ ਰੱਥ ਤੋਂ ਥੱਲੇ ਆ ਕੇ ਯੁੱਧ ਕਰੇ। ਇਹ ਇੱਕ ਖੱਤਰੀਏ ਦੇ ਇੱਕ ਯੁੱਧ ਦੇ ਵਿੱਚ ਏਦਾਂ ਦੇ ਨਿਯਮ ਹੁੰਦੇ ਆ। ਤਾਂ ਸ਼੍ਰੀਲ ਪ੍ਰਭੂਪਾਦ ਦੱਸ ਰਹੇ ਆ ਕਿ ਖੱਤਰੀਏ ਦਾ ਧਰਮ ਕੀ ਹੈ। ਖੱਤਰੀਏ ਧਰਮ ਹੈ ਕਿ ਉਹ ਜਿਹੜਾ ਨਿਸ਼ਸਤਰ ਯੋਧਾ ਹੈ ਉਹਦੇ ਨਾਲ ਯੁੱਧ ਨਹੀਂ ਕਰਦਾ। ਬਟ ਅਰਜੁਨ ਇੱਥੇ ਕਹਿ ਰਿਹਾ ਕਿ ਜੇਕਰ ਮੈਂ ਨਿਸ਼ਸਤਰ ਵੀ ਹੋਵਾਂਗਾ ਔਰ ਦੁਰਯੋਧਨ ਜਾਂ ਉਹਦੇ ਭਰਾ ਜਿਹੜੇ ਨੇ ਉਹ ਜੇਕਰ ਆ ਕੇ ਮੈਨੂੰ ਮਾਰ ਵੀ ਦੇਣਗੇ ਤਾਂ ਵੀ ਮੈਨੂੰ ਕੋਈ ਦੁੱਖ ਨਹੀਂ ਹੈ। ਮਤਲਬ ਮੈਨੂੰ ਇਹਦੇ 'ਚ ਕੋਈ ਮੈਂ ਇਹਦੇ 'ਚ ਪਰੇਸ਼ਾਨ ਹੋਣ ਵਾਲੀ ਮੇਰੇ ਲਈ ਕੋਈ ਗੱਲ ਨਹੀਂ ਹੈ, ਕਿਉਂਕਿ ਅਰਜੁਨ ਜਿਹੜਾ ਆ ਉਹ ਆਪਣੇ ਟੀਚਰਸ ਦੇ ਨਾਲ, ਆਪਣੇ ਗੁਰੂ ਦੇ ਨਾਲ ਔਰ ਆਪਣੇ ਜਿਹੜੇ ਵੀ ਉਹਦੇ ਰਿਲੇਟਿਵਸ ਨੇ, ਰਿਸ਼ਤੇਦਾਰ ਨੇ, ਭੀਸ਼ਮ ਪਿਤਾਮਾ ਨੇ ਜਾਂ ਦੂਸਰੀ ਉਹਨਾਂ ਦੇ ਜਿਹੜੇ ਜਿੰਨੇ ਵੀ ਰਿਲੇਟਿਵਸ ਜਾਂ ਭੈਣ ਭਰਾ ਨੇ, ਉਹ ਸਾਰਿਆਂ ਤੋਂ ਅਸਖਤ ਹੈ ਅਰਜੁਨ, ਔਰ ਅਸਖਤ ਹੋ ਗਿਆ। ਔਰ ਅਸਕਤੀ ਦੇ ਨਾਲ ਅਰਜੁਨ ਜਿਹੜਾ ਆ ਉਹਦੇ ਮਨ ਦੇ ਵਿੱਚ ਇਹ ਚੀਜ਼ਾਂ ਆ ਰਹੀਆਂ ਕਿ ਉਹ ਭਗਵਾਨ ਤਾਂ ਚਾਹੁੰਦਾ ਹੀ ਹੈ ਯੁੱਧ ਕਰਨਾ ਹੈ ਨਾ, ਲੇਕਿਨ ਅਰਜੁਨ ਪਹਿਲਾਂ ਜਿਹੜਾ ਆਪਣੇ ਹਥਿਆਰ ਸੁੱਟ ਰਿਹਾ। ਅਰਜੁਨ ਦਾ ਇਹ ਜਿਹੜਾ ਕਰੈਕਟਰ ਇੱਥੇ ਸਾਨੂੰ ਨਜ਼ਰ ਆ ਰਿਹਾ ਕਿ ਅਰਜੁਨ ਏਦਾਂ ਲੱਗ ਰਿਹਾ ਕਿ ਅਰਜੁਨ bewildered ਹੈ, ਅਰਜੁਨ ਡਰਿਆ ਹੋਇਆ। ਲੇਕਿਨ ਅਰਜੁਨ ਤਾਂ ਭਗਵਾਨ ਦੇ ਨਾਲ ਹੈ ਔਰ ਭਗਵਾਨ ਦਾ ਸ਼ੁੱਧ ਭਗਤ ਹੈ, ਤਾਂ ਸ਼ੁੱਧ ਭਗਤ ਏਦਾਂ ਕਿਵੇਂ ਕਰ ਸਕਦਾ ਹੈ ਨਾ। ਲੇਕਿਨ ਇੱਥੇ ਭਗਵਾਨ ਦੀ ਜਿਹੜੀ ਮਾਇਆ ਆ ਉਹ ਅਰਜੁਨ ਨੂੰ ਇਹ ਕਰਨ ਦੇ ਲਈ ਮਜਬੂਰ ਕਰ ਰਹੀ ਹੈ। ਏਦਾਂ ਅਰਜੁਨ ਨੂੰ ਜਾਣਬੁੱਝ ਕੇ ਅਰਜੁਨ ਕੋਲੋਂ ਜਾਣਬੁੱਝ ਕੇ ਏਦਾਂ ਬੁਲਵਾਇਆ ਜਾ ਰਿਹਾ ਭਗਵਾਨ ਦੀ ਮਾਇਆ ਦੁਆਰਾ, ਉਹਨੂੰ ਭ੍ਰਮਿਤ ਕੀਤਾ ਗਿਆ ਭਗਵਾਨ ਦੀ ਮਾਇਆ ਦੁਆਰਾ, ਤਾਂ ਕਿ ਭਗਵਾਨ ਭਗਵਦ ਗੀਤਾ ਦਾ ਜਿਹੜਾ ਗਿਆਨ ਆ ਉਹ ਸਾਨੂੰ ਦੇ ਸਕਣ। ਤੋ ਇੱਥੇ ਅੱਗੇ ਸ਼੍ਰੀਲ ਪ੍ਰਭੂਪਾਦ ਦੱਸਦੇ ਆ ਕਿ ਜਿੱਦਾਂ ਇਹ ਤੁਸੀਂ ਦੇਖਿਆ, ਜਿੱਦਾਂ ਅਸੀਂ ਗੱਲ ਕਰ ਰਹੇ ਹਾਂ ਕਿ ਜਿਹੜਾ ਜਦੋਂ ਯੁੱਧ ਹੁੰਦਾ ਹੈ ਉਹਦੇ ਵਿੱਚ ਖੱਤਰੀ ਦਾ ਨਿਯਮ ਹੁੰਦਾ ਹੈ ਕਿ ਖੱਤਰੀ ਜਿਹੜੇ ਆ ਉਹ ਨਿਯਮਾਂ ਦੇ ਨਾਲ ਚੱਲਦੇ ਆ। ਬਟ ਮਹਾਭਾਰਤ ਦੇ ਯੁੱਧ ਵਿੱਚ ਅਸੀਂ ਕਈ ਵਾਰ ਦੇਖਿਆ ਕਿ ਯੁੱਧ ਦੇ ਜਿਹੜੇ ਨਿਯਮ ਹੈ ਉਹਦੀ ਉਲੰਘਣਾ ਕਈ ਵਾਰ ਹੋਈ। ਫੋਰ ਐਗਜ਼ਾਮਪਲ ਜਿੱਦਾਂ ਕਰਨ ਦਾ ਵੱਧ ਕੀਤਾ, ਜਦੋਂ ਕਰਨ ਦਾ ਵੱਧ ਕੀਤਾ ਤਾਂ ਕਰਨ ਵੀ ਨਿਹੱਥਾ ਸੀਗਾ ਹਨਾ, ਔਰ ਉਹ ਆਪਣੇ ਰੱਥ ਦੇ ਉੱਪਰ ਨਹੀਂ ਸੀਗਾ, ਰੱਥ ਦੇ ਥੱਲੇ ਸੀਗਾ ਔਰ ਰੱਥ ਦੇ ਪਹੀਏ ਨੂੰ ਕੱਟ ਰਿਹਾ ਸੀਗਾ, ਬਟ ਉਹਦਾ ਵੱਧ ਕੀਤਾ ਗਿਆ।
इत्थों सानू ये लग रहा है देख के, मतलब एक आम व्यक्ति ਨੂੰ देख के यही लग सकता है कि भगवान ने चीटिंग की है, ਜਾਂ अर्जुन ने चीटिंग की है, और करण ਨੂੰ ਜਿਹੜਾ ਆ ਉਹ ਛਲ ਦੇ ਨਾਲ ਮਾਰਿਆ ਗਿਆ ਹੈ ਨਾ। ਛਲ ਨਾਲ ਤਾਂ ਮਾਰਿਆ ਹੀ ਗਿਆ, ਲੇਕਿਨ ਇਹ ਗਲਤ ਕੀਤਾ ਗਿਆ। ਆਮ ਵਿਅਕਤੀ ਜਿਹੜੇ ਆ ਉਹ ਇਹ ਸੋਚ ਸਕਦੇ ਆ ਕਿ ਜੋ ਵੀ ਕਰਨ ਨੂੰ ਜਦੋਂ ਮਾਰਿਆ ਗਿਆ ਤਾਂ ਅਰਜੁਨ ਉੱਥੇ ਗਲਤ ਹੈ, ਬਟ ਅਰਜੁਨ ਉੱਥੇ ਗਲਤ ਨਹੀਂ ਹੈ, ਕਿਉਂਕਿ ਉਹ ਭਗਵਾਨ ਦੀ ਆਗਿਆ ਦਾ ਪਾਲਣ ਕਰ ਰਿਹਾ। ਭਗਵਾਨ ਦੀ ਆਗਿਆ ਜਿਹੜੀ ਹੈ ਉਹ ਸਰਵੋਪਰੀ ਹੈ, ਉਹ ਸਾਰੇ ਜਿੰਨੇ ਵੀ ਯੁੱਧ ਦੇ ਨਿਯਮ ਹੈ ਜਾਂ ਜੋ ਕੁਝ ਵੀ ਚੱਲ ਰਿਹਾ ਉਹਨਾਂ ਸਭ ਤੋਂ ਉੱਪਰ ਹੈ। ਇੱਕ ਹੁੰਦਾ ਮਟੀਰੀਅਲ ਪਲੇਟਫਾਰਮ ਜਿਹਦੇ ਤੋਂ ਅਸੀਂ ਚੀਜ਼ਾਂ ਨੂੰ ਦੇਖਦੇ ਹਾਂ ਜਾਂ ਚੀਜ਼ਾਂ ਨੂੰ ਸਮਝਦੇ ਹਾਂ, ਇੱਕ ਹੁੰਦਾ ਅਧਿਆਤਮਿਕ ਪਲੇਟਫਾਰਮ। ਅਧਿਆਤਮਿਕ ਪਲੇਟਫਾਰਮ ਦੇ ਉੱਪਰ ਕੀ ਹੁੰਦਾ ਕਿ ਜਿਹੜਾ ਵਿਅਕਤੀ ਹੈ ਉਹ ਡੁਐਲਿਟੀ ਮਤਲਬ ਜਿਹੜਾ ਸੁੱਖ, ਜਿੱਦਾਂ ਡੁਐਲਿਟੀ ਕਹਾਂਗੇ, ਜਿੱਦਾਂ ਸੁੱਖ ਹੋ ਗਿਆ, ਦੁੱਖ ਹੋ ਗਿਆ, ਤਾਂ ਦੋ ਅਲੱਗ ਅਲੱਗ ਚੀਜ਼ਾਂ, ਸੱਚ ਹੋ ਗਿਆ, ਝੂਠ ਹੋ ਗਿਆ, ਸਹੀ ਹੋ ਗਿਆ, ਗਲਤ ਹੋ ਗਿਆ। ਸਹੀ ਗਲਤ ਤੋਂ ਉੱਪਰ ਉੱਠ ਜਾਂਦਾ ਵਿਅਕਤੀ। ਉਹ ਸਿਰਫ ਉਦੋਂ ਸਿਰਫ ਭਗਵਾਨ ਦੀ ਗੱਲ ਨੂੰ ਫੁਲਫਿਲ ਕਰਨ ਲਈ ਉਹਦਾ ਜਿਹੜਾ ਧਰਮ ਹੈ ਉਹ ਸਿਰਫ ਮਤਲਬ ਭਗਵਾਨ ਦੀ ਆਗਿਆ ਪਾਲਣ ਕਰਨਾ ਹੀ ਹੁੰਦਾ। ਤਾਂ ਇੱਥੇ ਸ਼੍ਰੀਲ ਪ੍ਰਭੂਪਾਦ ਅੱਗੇ ਦੱਸਦੇ ਆ ਕਿ ਯੁੱਧ ਦੇ ਨਿਯਮ ਜਿਹੜੇ ਆ ਉਹ ਕਿ ਇੱਥੇ ਕੁਐਸਚਨ ਵੀ ਉੱਠਦਾ ਕਿ ਯੁੱਧ ਦੇ ਨਿਯਮ ਤੋੜੇ ਜਾ ਸਕਦੇ, ਇਹਦਾ ਮਤਲਬ ਹਾਂ ਤੋੜੇ ਜਾ ਸਕਦੇ ਆ, ਲੇਕਿਨ ਸਾਡੇ ਲਈ ਨਹੀਂ, ਅਸੀਂ ਨਹੀਂ ਤੋੜ ਸਕਦੇ। ਯੁੱਧ ਦੇ ਨਿਯਮ ਉਦੋਂ ਤੋੜੇ ਜਾ ਸਕਦੇ ਜਦੋਂ ਭਗਵਾਨ ਦੀ ਇੱਛਾ ਹੋਵੇਗੀ। ਤਾਂ ਯੁੱਧ ਦੇ ਨਿਯਮ ਨੂੰ ਤੋੜਿਆ ਗਿਆ ਹਨਾ, ਮਤਲਬ ਇੱਕ ਨਿਹੱਥੇ ਯੋਧਾ ਤੇ ਵਾਰ ਕੀਤਾ ਗਿਆ ਜਦੋਂ ਕਰਨ ਨੂੰ ਮਾਰਿਆ ਗਿਆ, ਤਾਂ ਉੱਥੇ ਭਗਵਾਨ ਦੀ ਇੱਛਾ ਸੀਗੀ, ਇਸ ਲਈ ਉੱਥੇ ਉਹ ਚੀਜ਼ ਐਪਲੀਕੇਬਲ ਸੀਗੀ, ਉਹ ਚੀਜ਼ ਉੱਥੇ ਲਾਗੂ ਹੋ ਸਕਦੀ ਹੈ। ਦੂਜੀ ਗੱਲ ਇਹ ਹੈ ਕਿ ਭਗਵਾਨ ਜੋ ਕਹਿੰਦੇ ਉਹੀ ਧਰਮ ਹੈ, ਜੋ ਭਗਵਾਨ ਕਹਿ ਰਹੇ ਉਹੀ ਧਰਮ ਹੈ, ਕਿਉਂਕਿ ਭਗਵਾਨ ਜਿਹੜੇ ਨੇ ਉਹ ਸੁਪਰੀਮ ਪਰਸਨੈਲਿਟੀ ਆਫ ਗॉड ਹੈਡ ਨੇ, ਔਰ ਜਿੰਨੇ ਵੀ ਵੇਦ ਔਰ ਜੋ ਵੀ ਸ਼ਾਸਤਰ ਨੇ ਭਗਵਾਨ ਨੇ ਹੀ ਪ੍ਰਗਟ ਕੀਤੇ ਹੈ। ਤੇ ਜੇ ਜੋ ਵੇਦਾਂ ਸ਼ਾਸਤਰਾਂ 'ਚ ਜੋ ਲਿਖਿਆ ਅਸੀਂ ਉਹਨੂੰ ਫੋਲੋ ਕਰਦੇ ਹਾਂ ਨਾ, ਆਪਣੀ ਲਾਈਫ ਉਹਦੇ ਅਕੋਰਡਿੰਗ ਜੀਨੇ ਆ। ਬਟ ਜੇ ਸਾਕਸ਼ਾਤ ਭਗਵਾਨ ਹੀ ਸਾਡੇ ਸਾਹਮਣੇ ਆ ਕੇ ਕਹਿ ਦੇਣਗੇ ਕਿ ਇਹ ਕੰਮ ਕਰੋ, ਤਾਂ ਸਾਨੂੰ ਉਹ ਕੰਮ ਕਰਨਾ ਹੀ ਚਾਹੀਦਾ, ਬਿਕੋਜ਼ ਭਗਵਾਨ ਕਦੀ ਵੀ ਕੁਝ ਗਲਤ ਨਹੀਂ ਕਹਿੰਦੇ ਕਰਨ ਲਈ। ਭਗਵਾਨ ਦੀ ਗੱਲ ਮੰਨਣਾ ਹੀ ਪਰਮ ਧਰਮ ਹੈ। ਪੁਆਇੰਟ ਇੱਥੇ ਹੈ। ਫੋਰ ਐਗਜ਼ਾਮਪਲ ਇੱਥੇ ਇੱਕ ਹੋਰ ਐਗਜ਼ਾਮਪਲ ਵੀ ਆਉਂਦੀ ਹੈ, ਜਦੋਂ ਆਪਾਂ ਮਹਾਭਾਰਤ ਯੁੱਧ ਵਿੱਚ ਹੀ ਗੱਲ ਕਰਦੇ ਹਾਂ, ਜਦੋਂ ਭਗਵਾਨ ਕਹਿੰਦੇ ਆ ਯੁਧਿਸ਼ਠਰ ਮਹਾਰਾਜ ਨੂੰ ਕਹਿੰਦੇ ਕਿ ਤੁਸੀਂ ਘੋਸ਼ਣਾ ਕਰ ਦਿਓ, ਕਿਉਂਕਿ ਯੁਧਿਸ਼ਠਰ ਮਹਾਰਾਜ ਜੀ ਸੀਗੇ ਉਹ ਬੜੇ ਹੀ ਇੱਕ ਮਤਲਬ ਸੱਚੇ ਵਿਅਕਤੀ ਮੰਨੇ ਜਾਂਦੇ ਸੀਗੇ। ਉਹ ਜੋ ਕਹਿ ਦਿੰਦੇ ਸੀ ਉਹੀ ਸਭ ਉਹੀ ਸੱਚ ਮੰਨ ਲੈਂਦੇ ਸੀ, ਕਿਉਂਕਿ ਉਹਨਾਂ ਨੇ ਆਪਣੀ ਲਾਈਫ 'ਚ ਕਦੇ ਝੂਠ ਨਹੀਂ ਸੀ ਬੋਲਿਆ, ਤਾਂ ਕਿਉਂਕਿ ਉਹ ਆਪਣੇ ਝੂਠ ਨਾਲ ਬੜੇ ਸਖਤ ਸੀਗੇ। ਤਾਂ ਭਗਵਾਨ ਕਹਿੰਦੇ ਕਿ ਤੁਸੀਂ ਇੱਥੇ ਘੋਸ਼ਣਾ ਕਰ ਦਿਓ ਕਿ ਜਿਹੜਾ ਅਸ਼ਵਥਾਮਾ ਮਾਰਾ ਗਿਆ। ਤਾਂ ਯੁਧਿਸ਼ਠਰ ਮਹਾਰਾਜ ਥੋੜੀ ਆਨਾਕਾਨੀ ਕਰਦੇ ਆ ਇਹ ਕਹਿਣ ਦੇ ਵਿੱਚ, ਤੇ ਭਗਵਾਨ ਦੀ ਗੱਲ ਨਾ ਮੰਨਣ ਕਰਕੇ ਯੁਧਿਸ਼ਠਰ ਮਹਾਰਾਜ ਨੂੰ ਨਰਕ ਜਾਣਾ ਪਿਆ ਸੀਗਾ, ਕਿਉਂਕਿ ਉਹਨਾਂ ਨੇ ਭਗਵਾਨ ਦੀ ਗੱਲ ਨਹੀਂ ਸੀਗੀ ਮੰਨੀ। ਕਿਉਂਕਿ ਭਗਵਾਨ ਨੇ ਕਿਹਾ ਸੀਗਾ ਕਿ ਤੁਸੀਂ ਘੋਸ਼ਣਾ ਕਰ ਦਿਓ ਕਿ ਅਸ਼ਵਥਾਮਾ ਜਿਹੜਾ ਮਾਰਿਆ ਗਿਆ, ਬਟ ਯੁਧਿਸ਼ਠਰ ਮਹਾਰਾਜ ਨੇ ਮਨਾ ਕੀਤਾ, ਇਸ ਕਰਕੇ ਉਹਨਾਂ ਨੂੰ ਨਰਕ ਜਾਣਾ ਪਿਆ। ਤੇ ਮੈਂ ਉਹੀ ਕਹਿ ਰਿਹਾ ਕਿ ਜਿਹੜਾ ਭੌਤਿਕ ਧਰਾਤਲ ਹੈ, ਭੌਤਿਕ ਧਰਾਤਲ ਤੋਂ ਕਿਸੇ ਵਿਅਕਤੀ ਨੂੰ, ਕਿਉਂਕਿ ਯੁਧਿਸ਼ਠਰ ਮਹਾਰਾਜ ਜਿਹੜੇ ਆ ਉਹ ਆਪਣੇ ਸੱਚ ਬੋਲਣ ਦੇ ਨਾਲ ਜ਼ਿਆਦਾ ਸਖਤ ਹੋ ਗਏ ਸੀਗੇ। ਈਵਨ ਸਾਨੂੰ ਅਸਕਤੀ, ਜਿਹੜੀ ਸਾਡੀ ਅਸਕਤੀ ਆ ਉਹ ਸੱਚ ਬੋਲਣ ਦੇ ਨਾਲ ਨਹੀਂ ਹੋਣੀ ਚਾਹੀਦੀ। ਸਾਡੀ ਅਸਕਤੀ ਹੋਣੀ ਚਾਹੀਦੀ ਹੈ ਕਿ ਭਗਵਾਨ ਕੀ ਕਹਿ ਰਹੇ, ਜੇ ਭਗਵਾਨ ਕਹਿ ਰਹੇ ਝੂਠ ਬੋਲੋ ਤਾਂ ਝੂਠ ਬੋਲ ਦਿਓ, ਜੋ ਭਗਵਾਨ ਕਹਿ ਰਹੇ ਸੱਚ ਬੋਲੋ ਤਾਂ ਸੱਚ ਬੋਲੋ। ਜੋ ਭਗਵਾਨ ਕਹਿ ਰਹੇ ਉਹੀ ਧਰਮ ਹੈ। ਜੇਕਰ ਭਗਵਾਨਾਂ ਨੂੰ ਆ ਕੇ ਕੁਝ ਕਹਿ ਦਿੰਦੇ ਆ ਹਨਾ, ਤਾਂ ਸਾਨੂੰ ਉਹੀ ਚੀਜ਼ ਨੂੰ ਫੋਲੋ ਕਰਨਾ ਚਾਹੀਦਾ। ਤਾਂ ਕੋਈ ਵਿਅਕਤੀ ਆਪਣੇ ਮਨ 'ਚ ਇਹ ਵੀ ਸੋਚ ਸਕਦਾ ਕਿ ਇਹ ਵੀ ਮਤਲਬ ਕੋਈ ਵਿਅਕਤੀ ਆਪਣੇ ਮਨ 'ਚ ਸਪੈਕੂਲੇਟ ਕਰ ਸਕਦਾ ਕਿ ਇਹ ਭਗਵਾਨ ਦੀ ਇੱਛਾ ਵਾ, ਮੈਂ ਇਹ ਕੰਮ ਕਰਦਾ। ਬਟ ਸ਼੍ਰੀਲ ਪ੍ਰਭੂਪਾਦ ਕਹਿ ਰਿਹਾ, ਸ਼੍ਰੀਲ ਪ੍ਰਭੂਪਾਦ ਦੱਸ ਰਿਹਾ, ਸ਼੍ਰੀਲ ਪ੍ਰਭੂਪਾਦ ਕਹਿ ਰਿਹਾ ਕਿ ਜਿੰਨਾ ਚਿਰ ਭਗਵਾਨ ਤੁਹਾਨੂੰ ਡਾਇਰੈਕਟਲੀ ਆ ਕੇ ਨਹੀਂ ਕਹਿੰਦੇ, ਸਾਹਮਣੇ ਤੁਹਾਡੇ ਆ ਕੇ, ਸਾਕਸ਼ਾਤ ਭਗਵਾਨ ਸਾਹਮਣੇ ਆ ਕੇ ਤੁਹਾਨੂੰ ਕੋਈ ਕੰਮ ਨਹੀਂ ਕਹਿ ਰਹੇ ਕਰਨ ਦੇ ਲਈ, ਉਹਨਾਂ ਚਿਰ ਤੁਸੀਂ ਉਸ ਕੰਮ ਨੂੰ ਨਹੀਂ ਕਰ ਸਕਦੇ। ਦੂਜੀ ਗੱਲ, ਮਤਲਬ ਜੇ ਕੋਈ ਆਪੋਜ਼ਿਟ ਹੈ, ਜਿੱਦਾਂ ਜੋ ਆਮ ਚੱਲਦੇ ਆ, ਜੋ ਵੀ ਸਾਡੇ ਜੋ ਰੂਟੀਨ ਦੇ ਵਿੱਚ ਚੱਲ ਰਿਹਾ, ਰੂਟੀਨ ਤੋਂ ਥੋੜਾ ਆਪੋਜ਼ਿਟ, ਜਿੱਦਾਂ ਯੁੱਧ ਦੇ ਵਿੱਚ ਭਗਵਾਨ ਨੇ ਕਰਨ ਨੂੰ ਮਾਰਨ ਲਈ ਕਿਹਾ, ਤਾਂ ਰੂਟੀਨ ਤੋਂ ਥੋੜਾ ਆਪੋਜ਼ਿਟ ਸੀਗਾ। ਤਾਂ ਜੇਕਰ ਭਗਵਾਨ ਸਾਡੇ ਸਾਹਮਣੇ ਆ ਕੇ ਕਹਿਣ ਸਾਕਸ਼ਾਤ, ਫਿਰ ਤਾਂ ਅਸੀਂ ਉਸ ਚੀਜ਼ ਨੂੰ ਕਰ ਸਕਦੇ ਹਾਂ। ਅਦਰਵਾਈਜ਼ ਸਾਨੂੰ ਇੱਕ ਟਰਾਂਸਪੇਰੈਂਟ ਮੀਡੀਅਮ ਦੀ ਜ਼ਰੂਰਤ ਹੈ, ਜਿੱਥੋਂ ਸਾਨੂੰ ਪਤਾ ਲੱਗੇ ਕਿ ਭਗਵਾਨ ਦੀ ਇੱਛਾ ਕੀ ਹੈ, ਔਰ ਉਹ ਟਰਾਂਸਪੇਰੈਂਟ ਮੀਡੀਅਮ ਜਿਹੜਾ ਹੈ ਉਹ ਗੁਰੂ ਹੈ। ਅਸੀਂ ਗੁਰੂ ਦੀ ਜੋ ਵੀ ਗੁਰੂ ਕਹਿ ਰਿਹਾ, ਅਗਰ ਆਪਾਂ ਉਹਨੂੰ ਫੋਲੋ ਕਰ ਰਹੇ ਹਾਂ, ਇਹਦਾ ਮਤਲਬ ਅਸੀਂ ਭਗਵਾਨ ਜੋ ਕਹਿ ਰਹੇ ਉਹੀ ਗੁਰੂ ਕਹਿ ਰਹੇ, ਤਾਂ ਭਗਵਾਨ ਦੀ ਇੱਛਾ ਨੂੰ ਹੀ ਅਸੀਂ ਫੋਲੋ ਕਰ ਰਹੇ ਹਾਂ। ਤਾਂ ਐਗਜ਼ੈਕਟਲੀ ਸਾਨੂੰ ਮਤਲਬ ਕੋਈ ਵਿਅਕਤੀ ਆਪਣੇ ਮਨ 'ਚ ਸਪੈਕੂਲੇਟ ਕਰ ਸਕਦਾ ਹੈ ਕਿ ਇਹ ਵੀ ਭਗਵਾਨ ਦੀ ਇੱਛਾ ਹੋ ਸਕਦੀ ਹੈ, ਇਹ ਵੀ ਭਗਵਾਨ ਦੀ ਇੱਛਾ, ਇਹ ਵੀ ਭਗਵਾਨ ਦੀ ਇੱਛਾ। ਤਾਂ ਅਸੀਂ ਸਪੈਕੂਲੇਟ ਨਹੀਂ ਕਰ ਸਕਦੇ। ਜਾਂ ਤਾਂ ਭਗਵਾਨ ਤੁਹਾਨੂੰ ਸਾਹਮਣੇ ਆ ਕੇ ਕਹਿਣ, ਜਾਂ ਤੁਸੀਂ ਉਸ ਚੀਜ਼ ਨੂੰ ਕਨਫਰਮ ਕਰੋ ਕਿਸੇ ਟਰਾਂਸਪੇਰੈਂਟ ਮੀਡੀਅਮ ਤੋਂ। ਟਰਾਂਸਪੇਰੈਂਟ ਮੀਡੀਅਮ ਜਿਹੜੇ ਭਗਵਾਨ ਦੇ ਜਿਹੜੇ ਰਿਪਰੈਜ਼ੈਂਟੇਟਿਵ ਨੇ ਉਹ ਗੁਰੂ ਨੇ। ਤਾਂ ਅਸਲੀ ਅੰਡਰਸਟੈਂਡਿੰਗ ਕੀ ਹੈ? ਅਸਲੀ ਅੰਡਰਸਟੈਂਡਿੰਗ ਇਹੀ ਹੈ ਕਿ ਜੋ ਭਗਵਾਨ ਦੀ ਬਾਣੀ ਹੈ ਉਹਨੂੰ ਐਜ਼ ਇਟ ਇਜ਼ ਫੋਲੋ ਕਰਨਾ, ਇਹੀ ਰੀਅਲ ਅੰਡਰਸਟੈਂਡਿੰਗ ਹੈ। ਜੇਕਰ ਅਸੀਂ ਸਾਰੇ ਸ਼ਾਸਤਰ ਪੜ੍ਹ ਕੇ, ਸਾਰੇ ਗੀਤਾ ਪੜ੍ਹ ਕੇ ਜਾਂ ਸਾਰੇ ਭਾਗਵਤਮ ਪੜ੍ਹ ਕੇ ਅਸੀਂ ਇਹੀ ਨਹੀਂ ਸਿੱਖਿਆ ਕਿ ਜੋ ਭਗਵਾਨ ਕਹਿ ਰਿਹਾ ਹੈ ਉਹੀ ਕਰਨਾ ਹੈ, ਉਹੀ ਸਾਡੀ ਲਾਈਫ ਹੋਣੀ ਚਾਹੀਦੀ ਹੈ, ਤੇ ਇਹਦਾ ਮਤਲਬ ਅਸੀਂ ਕੁਝ ਵੀ ਨਹੀਂ ਸਿੱਖਿਆ। ਪ੍ਰਭੂਪਾਦ ਦੱਸ ਰਿਹਾ ਕਿ ਅਸਲ ਅੰਡਰਸਟੈਂਡਿੰਗ ਜਿਹੜੀ ਹੈ, ਐਬਸੋਲੂਟ ਅੰਡਰਸਟੈਂਡਿੰਗ ਜਿਹੜੀ ਹੈ, ਉਹ ਇਹੀ ਹੈ ਕਿ ਜੋ ਭਗਵਾਨ ਦੀ ਬਾਣੀ ਹੈ ਉਹਨੂੰ ਐਜ਼ ਇਟ ਇਜ਼ ਫੋਲੋ ਕਰਨਾ।
कृष्ण की गल मनना ही परम धर्म है। तस्मिन तुष्टे जगत तुष्टम, जेकर भगवान शास्त्रां जिदा लिखा गया तस्मिन तुष्टे जगत तुष्टम, जेकर भगवान तुष्ट हो गए, जे भगवान ਨੂੰ ਆਪਾਂ ਸੈਟੀਸਫਾਈ ਕਰ ਦਿੱਤਾ ਤੇ ਸੰਸਾਰ ਦੇ ਵਿੱਚ ਕੋਈ ਵੀ ਐਸੀ ਚੀਜ਼ ਨਹੀਂ ਹੈ ਜਿਹੜੀ ਸੈਟੀਸਫਾਈਡ ਨਹੀਂ ਰਹੇ ਹੋਏਗੀ ਸਾਡੇ ਤੋਂ। ਕਿਉਂਕਿ ਭਗਵਾਨ ਜਿਹੜੇ ਨੇ, ਜਿੱਦਾਂ ਇੱਕ ਪੇੜ ਹੁੰਦਾ, ਪੇੜ ਜਿਹੜਾ ਇੱਕ ਰੁੱਖ ਹੁੰਦਾ, ਰੁੱਖ ਦੀਆਂ ਜੜ੍ਹਾਂ ਨੂੰ ਜੇਕਰ ਅਸੀਂ ਪਾਣੀ ਦੇ ਦਿੰਦੇ ਆ ਤਾਂ ਉਹਦੇ ਸਾਰੇ ਹੀ ਪਾਰਟਸ, ਉਹਦੀਆਂ ਜਿੰਨੀਆਂ ਵੀ ਬ੍ਰਾਂਚਿਸ ਆ ਜਾਂ ਉਹਦੀਆਂ ਜਿੰਨੀਆਂ ਵੀ ਪੱਤੀਆਂ ਵਾ ਜਾਂ ਲੀਵਸ ਆ, ਉਹਨਾਂ ਸਾਰਿਆਂ ਨੂੰ ਆਪਣੇ ਆਪ ਹੀ ਨਿਊਟ੍ਰੀਸ਼ਨ ਮਿਲ ਜਾਂਦਾ। ਲੇਕਿਨ ਅਸੀਂ ਇਕੱਲੇ ਇਕੱਲੇ ਪੱਤੇ ਨੂੰ ਪਾਣੀ ਨਹੀਂ ਦਿੰਦੇ, ਜੜ੍ਹਾਂ ਨੂੰ ਪਾਣੀ ਦਿੰਦੇ। ਤਾਂ ਉਦਾਂ ਹੀ ਭਗਵਾਨ ਜਿਹੜੇ ਨੇ ਸਾਰੇ ਸੰਸਾਰ ਦੀ ਜੜ ਨੇ। ਜੇਕਰ ਅਸੀਂ ਭਗਵਾਨ ਨੂੰ ਸੈਟੀਸਫਾਈ ਕਰ ਲਿਆ ਤਾਂ ਸਾਡੀ ਲਾਈਫ ਸਕਸੈਸਫੁਲ ਹੈ। ਅਸੀਂ ਆਪਣੀ ਡੇਲੀ ਰੂਟੀਨ ਦੇ ਵਿੱਚ ਦੇਖਦੇ ਹਾਂ ਕਿ ਅਸੀਂ ਕਿੰਨੇ ਲੋਕਾਂ ਨੂੰ ਸੈਟੀਸਫਾਈ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਆਪਾਂ ਜਦੋਂ ਸਵੇਰੇ ਉੱਠਦੇ ਹਾਂ ਤਾਂ ਸਵੇਰੇ ਉੱਠਦੇ ਹਾਂ ਆਪਣੇ ਆਪ ਨੂੰ ਸੈਟੀਸਫਾਈ ਕਰਦੇ ਹਾਂ, है ना, अच्छे अच्छे कपड़े पहनते हैं और अच्छा अच्छा हेयर स्टाइल बनाने हैं और अपने काम ਤੇ ਜਾਂਦੇ ਹਾਂ। ਫਿਰ ਉੱਥੇ ਜਾ ਕੇ ਅਸੀਂ ਆਪਣੇ ਬੌਸ ਨੂੰ ਸੈਟੀਸਫਾਈ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਫਿਰ ਪੈਸੇ ਇਕੱਠੇ ਕਰਕੇ ਅਸੀਂ ਆਪਣੀ ਫੈਮਿਲੀ ਨੂੰ ਸੈਟੀਸਫਾਈ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਆਪਣੀਆਂ ਇੰਦਰੀਆਵਾਂ ਨੂੰ ਸੈਟੀਸਫਾਈ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਬਟ ਪੂਰੀ ਲਾਈਫ ਅਸੀਂ ਕੋਸ਼ਿਸ਼ ਕਰਦੇ ਰਹਿੰਦੇ ਹਾਂ, ਸੈਟੀਸਫਾਈ ਹੋ ਨਹੀਂ ਪਾਉਂਦੇ ਕਿਉਂਕਿ ਅਸੀਂ ਗਲਤ ਜਗ੍ਹਾ ਤੇ ਜਿਹੜੀ ਸੈਟੀਸਫਾਈ ਜਿਸ ਚੀਜ਼ ਨੂੰ ਕਰਨਾ ਚਾਹੀਦਾ ਉਸ ਚੀਜ਼ ਨੂੰ ਅਸੀਂ ਕਰ ਹੀ ਨਹੀਂ ਰਹੇ। ਅਸੀਂ ਤਾਂ ਪੱਤਿਆਂ ਨੂੰ ਪਾਣੀ ਦੇ ਰਹੇ ਹਾਂ, ਪੱਤਿਆਂ ਨੂੰ ਪਾਣੀ ਦੇਵਾਂਗੇ ਤੇ ਫਿਰ ਜਿਹੜਾ ਪਲਾਂਟ ਹੈ ਉਹਨੂੰ ਨਿਊਟ੍ਰੀਸ਼ਨ ਨਹੀਂ ਮਿਲੂਗਾ, ਪੂਰੇ ਦੇ ਪੂਰੇ ਪਲਾਂਟ ਜਿਹੜਾ ਉਹ ਡੈਡ ਹੋ ਜਾਊਗਾ। ਤੇ ਉਸੇ ਤਰੀਕੇ ਜੇਕਰ ਅਸੀਂ ਸੈਟੀਸਫੈਕਸ਼ਨ ਅਸੀਂ ਚਾਹੁੰਦੇ ਹਾਂ ਤਾਂ ਸਾਨੂੰ ਭਗਵਾਨ ਨੂੰ ਸੈਟੀਸਫਾਈ ਕਰਨਾ ਚਾਹੀਦਾ, ਕਿਉਂਕਿ ਜੇ ਭਗਵਾਨ ਸੈਟੀਸਫਾਈ ਹੋ ਗਏ ਤਾਂ ਸਾਡੀ ਲਾਈਫ ਸਕਸੈਸਫੁਲ ਹੋ ਜਾਏਗੀ। ਇੱਥੇ ਇਸ ਸ਼ਲੋਕ ਦੇ ਵਿੱਚ ਇੱਕ ਸ਼ਬਦ ਜਿਹੜਾ ਉਹ ਬਹੁਤ ਇੰਪੋਰਟੈਂਟ ਜੋ ਹੈ ਇਸ ਸ਼ਲੋਕ ਦੇ ਵਿੱਚ ਹੈ, ਉਹ ਸ਼ਬਦ ਹੈ ਜਿਹੜਾ ਅਰਜੁਨ ਸਟਾਰਟਿੰਗ ਤੇ ਕਹਿ ਰਿਹਾ। ਅਰਜੁਨ ਕਹਿ ਰਿਹਾ ਯਦੀ ਮਾਮ ਪ੍ਰਤੀਕਾਰਮ। ਪ੍ਰਤੀਕਾਰਮ ਜਿਹੜਾ ਹੈ, ਇੱਕ ਹੁੰਦਾ ਪ੍ਰਤੀਕਾਰਮ, ਇੱਕ ਹੁੰਦਾ ਅਪ੍ਰਤੀਕਾਰਮ। ਤਾਂ ਅਰਜੁਨ ਇੱਥੇ ਕਹਿ ਰਿਹਾ ਅਪ੍ਰਤੀਕਾਰਮ, ਕਿ ਮੈਂ ਕਾਉਂਟਰੈਕਸ਼ਨ ਨਹੀਂ ਕਰਾਂਗਾ, ਮੈਂ ਆਪਣਾ ਬਚਾਅ ਨਹੀਂ ਕਰਨਾ ਚਾਹੁੰਦਾ। ਲੇਕਿਨ ਐਕਚੁਅਲ ਚ ਅਰਜੁਨ ਇੱਥੇ ਕਹਿ ਰਿਹਾ ਕਿ ਮੈਂ ਆਪਣਾ ਬਚਾਅ ਨਹੀਂ ਕਰਨਾ ਚਾਹੁੰਦਾ, ਹੈ ਨਾ। ਤਾਂ ਜਦੀ ਮਾਮ ਅਪ੍ਰਤੀਕਾਰਮ, ਤਾਂ ਪ੍ਰਤੀਕਾਰਮ ਦਾ ਮਤਲਬ ਹੁੰਦਾ ਬਚਾਅ ਕਰਨਾ ਆਪਣਾ। तो अर्जुन ਜਿਹੜਾ ਵਾ ਉਹ ਕਹਿ ਰਿਹਾ, ਅਰਜੁਨ ਕਹਿ ਰਿਹਾ ਕਿ ਉਹ ਪ੍ਰਪੇਅਰ ਨਹੀਂ ਹੈ ਨਾ, ਉਹ ਲੜਾਈ ਕਰਨਾ ਨਹੀਂ ਚਾਹੁੰਦਾ, ਉਹ ਹੀ ਇਜ਼ ਨਾਟ ਪ੍ਰਪੇਅਰ, ਉਹ ਪ੍ਰਪੇਅਰਡ ਨਹੀਂ ਹੈ ਲੜਾਈ ਕਰਨ ਦੇ ਲਈ। ਜਿੱਦਾਂ ਇਸ ਸ਼ਲੋਕ ਦੇ ਵਿੱਚ ਅਰਜੁਨ ਕਹਿ ਰਿਹਾ ਕਿ ਜੇਕਰ ਸ਼ਸਤਰਧਾਰੀ ਧ੍ਰਿਤਰਾਸ਼ਟਰ ਦੇ ਪੁੱਤਰ ਨੇ ਹੱਥੇ ਅਤੇ ਜੰਗ ਦੇ ਮੈਦਾਨ ਵਿੱਚ ਵਿਰੋਧ ਨਾ ਕਰਨ ਵਾਲੇ ਮੈਨੂੰ ਮਾਰਨ ਤਾਂ ਇਹ ਮੇਰੇ ਲਈ ਉੱਤਮ ਹੋਵੇਗਾ। ਅਰਜੁਨ ਕਹਿ ਰਿਹਾ ਕਿ ਇਹ ਮੇਰੇ ਲਈ ਚੰਗਾ ਹੋਵੇਗਾ ਕਿ ਜੇਕਰ ਉਹ ਮੈਨੂੰ ਮਾਰ ਦੇਣ, ਕਿਉਂਕਿ ਅਰਜੁਨ ਬਹੁਤ ਜ਼ਿਆਦਾ ਅਸਕਤ ਹੈ ਨਾ, ਔਰ ਬਵਿਲਡਰ ਹੈ, ਭਗਵਾਨ ਦੀ ਮਾਇਆ ਦੇ ਨਾਲ ਬਵਿਲਡਰ ਹੈ। ਔਰ ਜਿੱਦਾਂ ਅਸੀਂ ਹੁਣੇ ਸਮਝਿਆ ਕਿ ਭਗਵਾਨ ਦੀ ਜਿਹੜੀ ਗੱਲ ਹੈ, ਜੋ ਵੀ ਭਗਵਾਨ ਨੇ ਕਹਿਤੀ ਉਹੀ ਸਾਡਾ ਧਰਮ ਹੋਣਾ ਚਾਹੀਦਾ, ਹੈ ਨਾ। ਤਾਂ ਅਰਜੁਨ ਨੂੰ ਪਤਾ ਹੈ ਕਿ ਭਗਵਾਨ ਦੀ ਜੋ ਇੱਛਾ ਹੈ ਉਹੀ ਪਰਮ ਧਰਮ ਹੈ, ਲੇਕਿਨ ਅਰਜੁਨ ਮਾਇਆ ਦੁਆਰਾ ਬਵਿਲਡਰ ਹੋ ਗਿਆ, ਇਸ ਕਰਕੇ ਉਹਨੇ ਜਿਹੜੇ ਆਪਣੇ ਹਥਿਆਰ ਛੱਡ ਦਿੱਤੇ, ਕਿਉਂਕਿ ਹੁਣ ਉਹ ਚਾਹੁੰਦਾ ਹੈ ਕਿ ਭਗਵਤ ਗੀਤਾ ਜਿਹਦੇ ਨਾਲ ਪੂਰੇ ਸੰਸਾਰ ਦਾ ਕਲਿਆਣ ਹੋਵੇਗਾ, ਉਹ ਭਗਵਤ ਗੀਤਾ ਸਾਡੇ ਸਾਹਮਣੇ ਪ੍ਰਗਟ ਹੋਵੇ। ਇਸ ਲਈ ਅਰਜੁਨ ਜਿਹੜਾ ਇਹ ਸ਼ਬਦ ਕਹਿ ਰਿਹਾ ਹੈ। ਜਿੱਦਾਂ ਹੁਣ ਇੱਥੇ ਜਿਹੜਾ ਜਿੱਦਾਂ ਆਪਾਂ ਆਪਣੀ ਡੇਲੀ ਲਾਈਫ 'ਚ ਵੀ ਦੇਖਦੇ ਹਾਂ ਕਿ ਆਪਾਂ ਵੀ ਕਿੰਨੀਆਂ ਥਾਵਾਂ ਦੇ ਉੱਤੇ ਜਿਹੜਾ ਵਾ ਪ੍ਰਤੀਕਾਰਮ ਕਰਦੇ ਹਾਂ। ਪ੍ਰਤੀਕਾਰਮ ਮਤਲਬ ਕਾਉਂਟਰੈਕਸ਼ਨ ਕਰਦੇ ਹਾਂ। ਫੋਰ ਐਗਜ਼ਾਮਪਲ ਜਿੱਦਾਂ ਮੰਨ ਲਓ ਤੁਸੀਂ ਸਿੱਕ ਹੋ, ਤੁਸੀਂ ਬਿਮਾਰ ਹੋ ਤਾਂ ਤੁਸੀਂ ਕੀ ਕਾਉਂਟਰੈਕਸ਼ਨ ਕਰੋਗੇ? ਤੁਸੀਂ ਦਵਾਈ ਖਾਓਗੇ, ਹੈ ਨਾ, ਆਪਣਾ ਬਚਾਅ ਕਰੋਗੇ। ਔਰ ਜੇ ਮੰਨ ਲਓ ਤੁਸੀਂ ਨਦੀ ਦੇ ਵਿੱਚ ਡੁੱਬ ਰਹੇ ਹੋ ਤਾਂ ਤੁਸੀਂ ਕੀ ਕਾਉਂਟਰੈਕਸ਼ਨ ਕਰੋਗੇ? ਤੁਸੀਂ ਉੱਥੇ ਜਾਂ ਤਾਂ ਤੈਰੋਗੇ, ਹੈ ਨਾ, ਜਾਂ ਆਪਣੇ ਨੂੰ ਬਚਾਉਣ ਦੀ ਕਈ ਕੋਸ਼ਿਸ਼ਾਂ ਕਰੋਗੇ। ਕੋਈ ਲੱਕੜੀ ਦਾ ਪੀਸ ਲੱਭੋਗੇ ਜਿੰਨਾ ਤੁਹਾਨੂੰ ਸਹਾਰਾ ਮਿਲ ਜਾਵੇ, ਜਾਂ ਕੋਈ ਬੋਟ ਲੱਭੋਗੇ, ਜਾਂ ਕੋਈ ਟਿਕਾਣਾ ਲੱਭੋਗੇ ਜਿਹਨੂੰ ਤੁਸੀਂ ਫੜ ਲਓ ਤੇ ਬਚ ਜਾਓ। ਜਾਂ ਫੋਰ ਐਗਜ਼ਾਮਪਲ ਤੁਸੀਂ ਕੋਈ ਤੁਹਾਨੂੰ ਮਾਰਨ ਲਈ ਆ ਗਿਆ, ਫੋਰ ਐਗਜ਼ਾਮਪਲ ਕਿਸੇ ਨੇ ਤਲਵਾਰ ਹੀ ਕੱਢ ਲਈ ਤੁਹਾਨੂੰ ਮਾਰਨ ਲਈ, ਤਾਂ ਤੁਸੀਂ ਕਾਉਂਟਰੈਕਸ਼ਨ ਤਾਂ ਕਰੋਗੇ, ਤੁਸੀਂ ਆਪਣਾ ਬਚਾਅ ਤਾਂ ਕਰੋਗੇ, ਹੈ ਨਾ। ਬਚਾਅ ਤਾਂ ਹਰ ਕੋਈ ਕਰਦਾ। ਤਾਂ ਇਸ ਮਤਲਬ ਐਕਚੁਅਲ ਚ ਕੀ ਹੈ ਕਿ ਅਸੀਂ ਬਚਾਅ ਕਰ ਰਹੇ ਨਾ, ਆਪਣਾ ਬਚਾਅ ਕਰ ਰਹੇ, ਇਸ ਸੰਸਾਰ ਤੋਂ ਆਪਣੇ ਆਪ ਨੂੰ ਬਚਾ ਰਹੇ ਹਾਂ, ਇਸ ਸੰਸਾਰ ਤੋਂ ਆਪਣੇ ਆਪ ਨੂੰ ਬਚਾ ਰਹੇ ਹਾਂ। ਲੇਕਿਨ ਸ਼੍ਰੀਮਦ ਭਾਗਵਤਮ ਕੀ ਕਹਿ ਰਹੀ? ਸ਼੍ਰੀਮਦ ਭਾਗਵਤਮ ਦਾ ਜੇਕਰ ਅਸੀਂ 10ਵਾਂ ਸਕੰਦ ਪੜ੍ਹਦੇ ਹਾਂ, 10ਵੇਂ ਸਕੰਦ ਦੇ 14ਵੇਂ ਅਧਿਆਏ ਦੇ 58th ਸ਼ਲੋਕ ਨੂੰ ਜੇਕਰ ਅਸੀਂ ਦੇਖੀਏ ਤਾਂ ਉੱਥੇ ਕਹਿ ਰਿਹਾ ਕਿ ਪਦਮ ਪਦਮ ਵਿਪਦਾਮ ਦਾ ਮਤਲਬ ਕਿ ਪਦ ਦੇ ਉੱਤੇ ਖਤਰਾ ਹੈ ਇਸ ਸੰਸਾਰ ਦੇ ਵਿੱਚ। ਇਸ ਸੰਸਾਰ ਦੇ ਵਿੱਚ ਇੱਕ ਇੱਕ ਪੈਰ ਦੇ ਉੱਤੇ, ਜਿੱਦਾਂ ਤੁਸੀਂ ਬਚਪਨ ਤੋਂ ਹੀ ਮਤਲਬ ਖਤਰਾ ਜਿਹੜਾ ਉਹ ਸਟਾਰਟ ਹੋ ਜਾਂਦਾ। ਫੋਰ ਐਗਜ਼ਾਮਪਲ ਜਿੱਦਾਂ ਕਈ ਬੱਚੇ ਜਿਹੜੇ ਇਹੋ ਜਿਹੇ ਹੁੰਦੇ ਆ ਜਿਹੜੇ ਬਿਨਾਂ ਬੌਰਨ ਹੋਣ ਤੋਂ ਪਹਿਲਾਂ ਹੀ ਮਰ ਜਾਂਦੇ ਆ, ਹੈ ਨਾ। ਖਤਰਾ ਮਰ ਗਿਆ ਅੰਦਰ, ਉਹਦੀ ਕੁਝ ਹਾਰਟ ਨੂੰ ਕੁਝ ਪ੍ਰੋਬਲਮ ਹੋ ਗਈ ਜਾਂ ਕੁਝ ਪ੍ਰੋਬਲਮ ਹੋ ਗਈ ਤਾਂ ਉਹ ਡੈਡ ਹੋ ਗਿਆ। ਉਸ ਤੋਂ ਬਾਅਦ हरे कृष्णा, मेरी आवाज साफ आ रही है? मैसेज आ रहा है कि आवाज क्लियर नहीं आ रही। हरे कृष्णा, हरे कृष्णा, मेरी आवाज साफ आ रही है?
हरे कृष्ण। हाँ जी साफ है। हाँ जी प्रभु जी साफ है, आवाज क्लियर है। ओके, ਤਾਂ ਅਸੀਂ ਗੱਲ ਕਰ ਰਹੇ ਹਾਂ ਤਾਂ ਅਸੀਂ ਗੱਲ ਕਰ ਰਹੇ ਹਾਂ ਸ਼੍ਰੀਮਦ ਭਾਗਵਤਮ ਦੇ 10ਵੇਂ ਸਕੰਦ ਦੇ 14ਵੇਂ ਅਧਿਆਇ ਦੇ 28ਵੇਂ ਸ਼ਲੋਕ ਦੀ। ਤਾਂ ਉੱਥੇ ਕਿਹਾ ਜਾ ਰਿਹਾ ਪਦਮ ਪਦਮ ਵਿਪਦਮ, ਹੈ ਨਾ, ਕਿ ਇਸ ਸੰਸਾਰ ਦੇ ਵਿੱਚ ਪਦ ਪਦ ਦੇ ਉੱਤੇ ਖਤਰਾ ਹੈ। ਇਸ ਸੰਸਾਰ 'ਚ ਪਦ ਪਦ ਖਤਰਾ ਕਿੱਦਾਂ ਹੈ ਕਿ ਅਸੀਂ ਕਦੀ ਸੋਚਿਆ ਕਿ ਅਸੀਂ ਖਤਰੇ 'ਚ ਰਹਿ ਰਹੇ ਹਾਂ? ਸਾਨੂੰ ਲੱਗ ਹੀ ਨਹੀਂ ਰਿਹਾ। ਸਾਨੂੰ ਲੱਗ ਰਿਹਾ ਕਿ ਹੁਣ ਮੈਂ 20-22 ਸਾਲ ਦਾ ਵਾਂ, ਉਸ ਤੋਂ ਬਾਅਦ ਮੈਂ ਕੋਈ ਨਾ ਕੋਈ ਨੌਕਰੀ ਕਰਾਂਗਾ, ਫਿਰ ਮੇਰਾ ਵਿਆਹ ਹੋ ਜਾਊਗਾ, ਫਿਰ ਕਿੰਨਾ ਮਜ਼ਾ ਆਊਗਾ, ਬੱਚੇ ਹੋਣਗੇ, ਫਿਰ ਅਸੀਂ ਮਨਾਲੀ ਘੁੰਮਣ ਜਾਵਾਂਗੇ। ਅਸੀਂ ਸੋਚ ਹੀ ਨਹੀਂ ਰਹੇ ਕਿ ਅਸੀਂ ਖਤਰੇ ਦੇ ਵਿੱਚ ਹਾਂ। ਅਸੀਂ ਕਿਸੇ ਵੀ क्षण ਮਰ ਸਕਦੇ ਹਾਂ। ਸਾਡੇ ਦਿਮਾਗ 'ਚ ਨਹੀਂ ਆ ਰਿਹਾ, ਸਾਡੇ ਦਿਮਾਗ 'ਚ ਥਾਟ ਹੀ ਨਹੀਂ ਆ ਰਿਹਾ ਕਿ ਅਸੀਂ ਮਰ ਸਕਦੇ ਹਾਂ। ਅਸੀਂ ਇੰਨੇ ਫੁਲਿਸ਼ ਆ ਜਾਂ ਇੰਨੇ ਅਸੀਂ ਅੰਗੇਜ ਦਾ ਚੀਜ਼ਾਂ ਦੇ ਵਿੱਚ ਕਿ ਸਾਨੂੰ ਸੋਚਣ ਦਾ ਟਾਈਮ ਹੀ ਨਹੀਂ ਹੈ ਕਿ ਅਸੀਂ ਇੱਕ ਐਸੀ ਜਗ੍ਹਾ ਦੇ ਵਿੱਚ ਐਸੀ ਜਗ੍ਹਾ ਦੇ ਵਿੱਚ ਆ ਕਿ ਜਿੱਥੇ ਆਪਾਂ ਕਦੀ ਵੀ ਸੈਟੀਸਫਾਈ ਨਹੀਂ ਹੋ ਸਕਦੇ, ਕਦੀ ਵੀ ਆਪਾਂ ਸੰਤੁਸ਼ਟ ਨਹੀਂ ਹੋ ਸਕਦੇ, ਕਦੀ ਵੀ ਆਪਾਂ ਦੁੱਖਾਂ ਤੋਂ ਬਾਹਰ ਨਹੀਂ ਨਿਕਲ ਸਕਦੇ। ਇਹ ਸੰਸਾਰ ਹੀ ਹੈ। ਭਗਵਾਨ ਕਹਿ ਰਹੇ ਹੈ, ਗੀਤਾ ਦੇ ਵਿੱਚ ਭਗਵਾਨ ਕਹਿ ਰਹੇ ਹੈ ਦੁਖਾਲਿਅਮ ਅਸ਼ਾਸ਼ਵਤਮ, ਹੈ ਨਾ, ਕਿ ਇਹ ਸੰਸਾਰ ਜਿਹੜਾ ਦੁੱਖਾਂ ਦਾ ਘਰ ਹੈ। ਜਦੋਂ ਬੱਚਾ ਵੱਡਾ ਹੁੰਦਾ ਉਹਨੂੰ ਉਹਦੀਆਂ ਕੋਈ ਆਪਣੇ ਇੰਟਰਸਟ ਹੁੰਦੇ ਆ, ਜਦੋਂ ਉਸ ਤੋਂ ਹੋਰ ਵੱਡਾ ਹੋ ਜਾਂਦਾ ਉਹਦੇ ਇੰਟਰਸਟ ਚੇਂਜ ਹੋ ਜਾਂਦੇ ਆ। ਏਦਾਂ ਪੂਰੀ ਲਾਈਫ ਸਾਡੇ ਇੰਟਰਸਟ ਚੇਂਜ ਹੁੰਦੇ ਹੀ ਰਹਿੰਦੇ। ਸਾਡੇ ਇੰਟਰਸਟ ਕੀ, ਸਾਡਾ ਕਦੀ ਇੰਟਰਸਟ ਭਗਵਾਨ ਹੋਇਆ? ਸਾਡੇ ਭਗਵਾਨ ਕਦੀ ਸਾਡਾ ਇੰਟਰਸਟ ਹੋਏ? ਨਹੀਂ ਹੋਏ। ਅਸੀਂ ਸਿਰਫ ਆਪਣੀ ਲਾਈਫ ਦੇ ਵਿੱਚ ਜੀ ਰਹੇ ਹਾਂ, ਸਾਨੂੰ ਪਤਾ ਹੀ ਨਹੀਂ ਲਾਈਫ ਦਾ ਏਮ ਕੀ ਹੈ। ਪੁਆਇੰਟ ਇਹ ਹੈ, ਸਾਨੂੰ ਲੱਗ ਹੀ ਨਹੀਂ ਰਿਹਾ ਕਿ ਇਸ ਸੰਸਾਰ ਦੇ ਵਿੱਚ, ਐਸੇ ਸੰਸਾਰ ਦੇ ਵਿੱਚ ਜਿੱਥੇ ਪੈਰ ਪੈਰ ਤੇ ਖਤਰਾ ਹੈ, ਹਰ ਪੈਰ ਪੈਰ ਤੇ ਖਤਰਾ ਹੈ। ਮੈਂ ਇੱਕ ਰੀਸੈਂਟਲੀ ਇੱਕ ਇੰਸੀਡੈਂਟ ਸੀਗਾ, ਇੱਕ ਮੁੰਡਾ ਸੀਗਾ, ਪ੍ਰਭੂ ਜੀ ਦੱਸ ਰਹੇ ਸੀਗੇ ਕਿ ਇੱਕ ਮੁੰਡਾ ਸੀਗਾ 22-23 ਸਾਲ ਦਾ ਸੀਗਾ ਮੁੰਡਾ, ਔਰ ਉਹਨੂੰ ਸਾਇਲੈਂਟ ਅਟੈਕ ਹੋਇਆ ਔਰ ਮਰ ਗਿਆ। तो अगर एक 22-23 साल का व्यक्ति मर सकता तो ਅਸੀਂ भी मर सकते हैं, है ना, चाहे ਅਸੀਂ 30 साल ਦੇ ਹਾਂ ਜਾਂ ਅਸੀਂ 40 साल ਦੇ ਜਾਂ 50 साल, ਕੋਈ ਵੀ ਵਿਅਕਤੀ ਕਦੀ ਵੀ ਮਰ ਸਕਦਾ। ਇਹ ਸੰਸਾਰ ਜਿਹੜਾ ਉਹ ਖਤਰਿਆਂ ਨਾਲ ਭਰਿਆ ਹੀ ਪਿਆ। ਤਾਂ ਫਿਰ ਕੀ ਹੋ ਰਿਹਾ ਐਕਚੁਅਲ 'ਚ? ਅਸੀਂ ਕੀ ਕਰ ਰਹੇ ਹਾਂ? ਅਸੀਂ ਸਟਰਗਲ ਕਰ ਰਹੇ ਹਾਂ ਐਗਜ਼ਿਸਟੈਂਸ ਲਈ। ਵੀ ਆਰ ਸਟਰਗਲਿੰਗ ਫॉर ਐਗਜ਼ਿਸਟੈਂਸ। ਹਰ ਵਿਅਕਤੀ ਸੰਘਰਸ਼ ਕਰ ਰਿਹਾ। ਇਹ ਲਾਈਫ ਇੱਕ ਸੰਘਰਸ਼ ਹੈ। ਕਈ ਮੂਵੀਜ਼ ਤੁਸੀਂ ਦੇਖਦੇ ਹੋਗੇ ਮਾਈਟ ਵੀ, ਜਾਂ ਜੋ ਡਿਵੋਟੀਜ਼ ਨੇ ਉਹ ਤਾਂ ਨਹੀਂ ਦੇਖਦੇ, ਚਲੋ ਜੋ ਨੋਨ ਡਿਵੋਟੀਜ਼ ਜੋ ਨਵੇਂ ਜੁੜੇ ਨੇ ਲੋਕ, ਉਹ ਕੁਝ ਮੂਵੀਜ਼ ਵਗੈਰਾ ਤੁਸੀਂ ਦੇਖਦੇ ਹੋ, ਉਹਦੇ ਵਿੱਚ ਇਹੀ ਦਿਖਾਇਆ ਜਾਂਦਾ ਕਿ ਵਿਅਕਤੀ ਜਿਹੜਾ ਉਹ ਸੰਘਰਸ਼ ਕਰਦਾ ਹੈ ਨਾ, ਔਰ ਸੰਘਰਸ਼ ਕਰਦਾ ਹੈ। ਕਿੱਦਾਂ ਸੰਘਰਸ਼ ਕਰਦਾ? ਅਸੀਂ ਬਚਪਨ ਤੋਂ ਸੰਘਰਸ਼ ਕਰ ਰਹੇ ਹਾਂ। ਪਹਿਲਾਂ ਜਦੋਂ ਛੋਟਾ ਬੱਚਾ ਹੁੰਦਾ ਉਹ ਤੁਰਨ ਲਈ ਸੰਘਰਸ਼ ਕਰਦਾ ਹੈ, ਖਾਣ ਲਈ ਸੰਘਰਸ਼ ਕਰਦਾ ਹੈ। ਮੇਰੀ ਖੁਦ ਦੀ ਬੇਟੀ 2 ਸਾਲ ਦੀ ਹੈ ਔਰ ਉਹਨੂੰ ਖਿਲਾਣਾ ਇੰਨਾ ਮੁਸ਼ਕਿਲ ਹੈ। 2-2 3-3 ਘੰਟੇ ਉਹਨੂੰ ਲੱਗ ਜਾਂਦੇ ਰੋਟੀ ਖਿਲਾਉਣ ਦੇ ਲਈ। ਸੰਘਰਸ਼ ਹੈ, ਮਾਂ ਦਾ ਵੀ ਸੰਘਰਸ਼ ਹੈ, ਬੱਚੇ ਦਾ ਵੀ ਸੰਘਰਸ਼ ਹੈ। ਬੱਚਾ ਵੱਡਾ ਹੋ ਗਿਆ, ਉਹਨੂੰ ਸਕੂਲੇ ਪਾਤਾ, ਸਕੂਲੇ ਜਾ ਕੇ ਉਹਦਾ ਸੰਘਰਸ਼ ਹੈ, ਪੜ੍ਹਨ ਨੂੰ ਜੀ ਨਹੀਂ ਕਰ ਰਿਹਾ, ਪੜ੍ਹਨਾ ਪੈ ਰਿਹਾ। ਉਸ ਤੋਂ ਬਾਅਦ ਫਿਰ ਨੌਕਰੀ ਲਈ ਸੰਘਰਸ਼ ਹੈ, ਪੂਰੀ ਲਾਈਫ ਪੈਸਾ ਕਮਾਉਣ ਲਈ ਸੰਘਰਸ਼ ਹੈ। ਅਸੀਂ ਸਾਰੀ ਉਮਰ ਰਗੜ ਰਗੜ ਕੇ ਹੀ ਆਪਣੀ ਲਾਈਫ ਕੱਢ ਦੇਣੀ ਆ। ਅਸੀਂ ਸੋਚ ਹੀ ਨਹੀਂ ਰਹੇ ਕਿ ਸਾਨੂੰ ਲਾਈਫ ਮਿਲੀ ਕਿਉਂ ਹੈ, ਕਿ ਅਸੀਂ ਭਗਵਾਨ ਨੂੰ ਸੈਟੀਸਫਾਈ ਕਰਨ ਲਈ ਕੁਝ ਕਰ ਰਹੇ ਹਾਂ। ਕਿ ਜੇ ਭਗਵਾਨ ਸੈਟੀਸਫਾਈ ਹੋ ਗਏ ਸਾਡੇ ਤੋਂ, ਸਾਰਾ ਸੰਸਾਰ ਹੀ ਸੈਟੀਸਫਾਈ ਹੋ ਜਾਏਗਾ। ਸਾਡੀ ਦੌੜ ਜਿਹੜੀ ਹੈ ਉਹ, ਸਾਡੀ ਦੌੜ ਸ਼ੁਰੂ ਹੁੰਦੀ ਹੈ ਪੈਸੇ ਤੋਂ ਔਰ ਖਤਮ ਹੁੰਦੀ ਹੈ ਪੈਸੇ ਤੇ। ਸਾਡੀ ਦੌੜ ਭਗਵਾਨ ਦੇ ਲਈ ਹੈ ਹੀ ਨਹੀਂ। ਅਸੀਂ ਸੋਚ ਹੀ ਨਹੀਂ ਰਹੇ ਭਗਵਾਨ ਬਾਰੇ। ਸਾਡੀ ਦੌੜ ਆਪਣੇ ਲਈ ਹੈ, ਔਰ ਉਹ ਦੌੜ ਐਸੀ ਦੌੜ ਹੈ ਜਿਹਨੂੰ ਚੂਹਾ ਦੌੜ ਕਹਿੰਦੇ, ਜਿਹਦਾ ਕੋਈ ਫਾਇਦਾ ਨਹੀਂ। ਉਹਦਾ ਕੋਈ ਫਾਇਦਾ ਨਹੀਂ। ਜਿਸ ਦੌੜ 'ਚ ਅਸੀਂ ਪਏ ਹੋਏ ਹਾਂ, ਜਿਸ ਦੌੜ ਨੂੰ ਅਸੀਂ ਦੌੜ ਰਹੇ ਹਾਂ, ਉਹਦਾ ਕੋਈ ਫਾਇਦਾ ਨਹੀਂ ਹੈ। ਸ਼੍ਰੀਲ ਪ੍ਰਭੂਪਾਦ ਕਹਿ ਰਹੇ ਇਹਦਾ ਕੋਈ ਫਾਇਦਾ ਨਹੀਂ, ਤੁਸੀਂ ਜਿੰਨਾ ਮਰਜ਼ੀ ਦੌੜ ਲਓ। ਮੈਂ ਤੁਹਾਨੂੰ ਦੱਸਦਾ, ਇੱਕ ਵਾਰੀ ਮੈਂ ਪਹਿਲਾਂ ਜਦੋਂ ਜੌਬ ਕਰਦਾ ਸੀ, ਮੈਂ ਮੁੰਬਈ ਸੀਗਾ, ਮੁੰਬਈ ਜੌਬ ਕਰਦਾ ਸੀ। ਤੇ ਮੇਰਾ ਜਿਹੜਾ ਬੌਸ ਸੀਗਾ ਉਹਨੇ ਮੈਨੂੰ ਕਿਹਾ ਕਿ ਇੱਥੇ ਬੰਬੇ ਦੇ ਵਿੱਚ ਕੋਈ ਲਿਮਿਟ ਨਹੀਂ ਹੈ ਪੈਸੇ ਦੀ। ਤੁਸੀਂ 24 ਘੰਟੇ ਕੰਮ ਕਰੋ, ਜਿੱਦਾਂ ਮਰਜ਼ੀ ਕਰੋ, ਤੁਸੀਂ ਜਿੰਨੇ ਮਰਜ਼ੀ ਪੈਸੇ ਕਮਾ ਸਕਦੇ ਹੋ। ਮਤਲਬ ਈਵਨ ਉਹ ਮੈਨੂੰ ਅਟਰੈਕਟ ਕਰਨਾ ਚਾਹੁੰਦਾ ਸੀਗਾ ਕਿ ਮੈਂ ਪਰਮਾਨੈਂਟਲੀ ਉੱਥੇ ਸ਼ਿਫਟ ਹੋ ਜਾਵਾਂ, ਬਟ ਮੈਂ ਰਿਫਿਊਜ਼ ਕਰ ਦਿੱਤਾ। ਆਈ ਰਿਫਿਊਜ਼ਡ, ਕਿਉਂਕਿ ਮੇਰਾ ਜਿਹੜਾ ਧਿਆਨ ਸੀਗਾ ਉਹ ਕਿਸੇ ਹੋਰ ਪੰਨੇ ਸੀਗਾ। ਮੈਂ ਇਹੋ ਜਿਹੀ ਲਾਈਫ ਮੈਂ ਨਹੀਂ ਜੀ ਸਕਦਾ ਸੀਗਾ ਜਿੱਦਾਂ ਦੀ ਲੋਕ ਲਾਈਫ ਬੰਬੇ ਜਿੰਦੇ ਆ, ਕਿਉਂਕਿ ਲਾਈਫ ਇੰਨੀ ਕੰਪਲੈਕਸ ਹੈ ਉੱਥੇ। ਲੋਕੀ ਮੈਟਰੋ ਟ੍ਰੇਨ, ਮੈਂ ਤਾਂ ਮੈਟਰੋ ਟ੍ਰੇਨ ਦੇਖ ਕੇ ਘਬਰਾ ਗਿਆ। ਲੋਕ ਭਰੇ ਪਏ ਆ ਟ੍ਰੇਨਾਂ ਦੇ ਵਿੱਚ, ਲੋਕ ਚੱਲਦੇ ਪਏ ਆ, ਦੌੜ ਰਹੇ ਆ, ਸਵੇਰੇ ਸ਼ਾਮ ਦਿਨ ਰਾਤ 24 ਘੰਟੇ ਲੋਕਾਂ ਨੂੰ ਦੌੜ ਪਈ ਹੋਈ ਹੈ। ਬਸ ਕਿਸ ਚੀਜ਼ ਦੀ ਦੌੜ ਪਈ ਹੋਈ ਹੈ ਕਿਸੇ ਨੂੰ ਨਹੀਂ ਪਤਾ, ਕਿਸ ਚੀਜ਼ ਲਈ ਦੌੜ ਰਹੇ, ਕਿਉਂ ਦੌੜ ਰਹੇ ਇਹ ਵੀ ਨਹੀਂ ਪਤਾ, ਬਸ ਦੌੜ ਰਹੇ। ਕਿਉਂ ਦੌੜ ਰਹੇ? ਕਿਉਂਕਿ ਬਾਕੀ ਲੋਕ ਦੌੜ ਰਹੇ ਤਾਂ ਮੈਂ ਪਿੱਛੇ ਰਹਿ ਜਾਵਾਂਗਾ। ਮੇਰੇ ਗੁਆਂਢੀ ਨੇ ਜੇ BMW ਕਾਰ ਲੈ ਲਈ ਤਾਂ ਜੇ ਮੈਂ ਨਾ ਲਈ ਤਾਂ ਫਿਰ ਮੈਂ ਤਾਂ ਫਿਰ ਅਨਸਕਸੈਸਫੁਲ ਹੋ ਗਿਆ। ਜੇ ਮੇਰੇ ਗੁਆਂਢੀ ਨੇ ਇੱਕ ਅੱਛੀ ਕੋਠੀ ਪਾ ਲਈ ਤਾਂ ਮੈਂ ਨਾ ਪਾ ਸਕਿਆ ਤਾਂ ਫਿਰ ਮੈਂ ਅਨਸਕਸੈਸਫੁਲ ਹੋ ਜਾਵਾਂਗਾ। ਅਸੀਂ ਦੌੜ ਰਹੇ ਹਾਂ ਬਿਨਾਂ ਸੋਚੇ ਸਮਝੇ, ਔਰ ਲੋਕਾਂ ਦੇ ਪਿੱਛੇ, ਲੋਕਾਂ ਨੂੰ ਵੇਖ ਵੇਖ ਕੇ ਦੌੜ ਰਹੇ ਹਾਂ। ਭਗਵਾਨ ਨੂੰ ਸੈਟੀਸਫਾਈ ਕਰਨ ਦੀ ਅਸੀਂ ਕੋਸ਼ਿਸ਼ ਨਹੀਂ ਕਰ ਰਹੇ। ਅਸੀਂ ਸੋਚ ਵੀ ਨਹੀਂ ਰਹੇ ਕਿ ਜਿਹੜਾ ਸੰਸਾਰ ਹੈ ਉਹ ਦੁੱਖਾਂ ਦਾ ਘਰ ਹੈ। तो पॉइंट यह है कि
ਜੇਕਰ ਅਸੀਂ ਭਗਵਾਨ ਨੂੰ ਸੈਟੀਸਫਾਈ ਕਰ ਦਾਂਗੇ ਤਾਂ ਉਹੀ ਸਭ ਤੋਂ ਵੱਡੀ ਚੀਜ਼ ਹੈ ਸਾਡੀ ਲਾਈਫ ਦੇ ਵਿੱਚ, ਔਰ ਸਾਡੀ ਲਾਈਫ ਸਕਸੈਸਫੁਲ ਹੋ ਜਾਏਗੀ। ਭਗਵਾਨ ਸੈਟੀਸਫਾਈ ਕਿੱਦਾਂ ਹੋਣਗੇ, ਉਹ ਇੱਕ ਵੱਖਰਾ ਕੁਐਸਚਨ ਹੈ ਕਿ ਭਗਵਾਨ ਨੂੰ ਕਿੱਦਾਂ ਸੈਟੀਸਫਾਈ ਕੀਤਾ ਜਾ ਸਕਦਾ ਹੈ। ਜੋ ਅੱਗੇ ਸ਼੍ਰੀਲ ਪ੍ਰਭੂਪਾਦ ਦੱਸ ਰਿਹਾ ਹੈ, ਜਿੱਦਾਂ ਕਈ ਸਾਰੇ ਜਿਹੜੇ ਸਾਇੰਟਿਸਟ ਆ ਉਹ ਭਗਵਾਨ ਨੂੰ ਇਹ ਕਹਿੰਦੇ ਆ ਕਿ ਭਗਵਾਨ ਜਿਹੜੇ ਆ ਉਹ ਤਾਂ ਜੀ ਕ੍ਰਿਸ਼ਨ ਜਿਹੜੇ ਆ ਉਹ ਤਾਂ ਇੱਕ ਗਵਾਲੇ ਸੀਗੇ, ਜਾਂ ਕ੍ਰਿਸ਼ਨ ਜਿਹੜੇ ਆ ਉਹ ਮੱਖਣ ਚੁਰਾ ਕੇ ਖਾਂਦੇ ਸੀਗੇ, ਉਹ ਤਾਂ ਭਗਵਾਨ ਨਹੀਂ ਸੀਗੇ, ਉਹ ਤਾਂ ਇੱਕ ਨਾਰਮਲ ਵਿਅਕਤੀ ਸੀਗੇ ਸਾਡੇ ਵਰਗੇ। ਤਾਂ ਉਹ ਸ਼੍ਰੀਲ ਪ੍ਰਭੂਪਾਦ ਕਹਿ ਰਹੇ ਕਿ ਇਹੋ ਜਿਹੇ ਲੋਕ ਜਿਹੜੇ ਜਿਨ੍ਹਾਂ ਨੂੰ ਪਤਾ ਹੀ ਨਹੀਂ ਭਗਵਾਨ ਕੌਣ ਨੇ, ਹੂ ਇਜ਼ ਕ੍ਰਿਸ਼ਨਾ, ਕ੍ਰਿਸ਼ਨਾ ਕੌਣ ਨੇ, ਉਹਨਾਂ ਨੂੰ ਇਹੀ ਨਹੀਂ ਪਤਾ, ਤੇ ਉਹ ਲੋਕ ਇਸ ਸੰਸਾਰ ਦੇ ਵਿੱਚ ਕਿਹਦਾ ਰੋਲ ਪਲੇ ਕਰ ਰਹੇ ਨੇ? ਉਹ ਲੋਕ ਇਸ ਸੰਸਾਰ ਦੇ ਵਿੱਚ ਲੀਡਰਸ ਦਾ ਰੋਲ ਪਲੇ ਕਰ ਰਹੇ ਨੇ, ਦੇ ਆਰ ਦਾ ਲੀਡਰਸ। ਔਰ ਉਹ ਲੋਕ ਇਹੋ ਜਿਹੇ ਲੋਕ ਨੇ ਜਿਹੜੇ ਸਾਇੰਟਿਸਟ ਨੇ, ਉਹ ਲੋਕ ਇਹੋ ਜਿਹੇ ਲੋਕ ਨੇ ਜਿਹੜੇ ਟੀਚਰਸ ਨੇ ਜਾਂ ਪ੍ਰੋਫੈਸਰਸ ਨੇ, ਜਿਨ੍ਹਾਂ ਨੂੰ ਭਗਵਾਨ ਬਾਰੇ ਅੰਡਰਸਟੈਂਡਿੰਗ ਹੀ ਕੋਈ ਨਹੀਂ, ਜਿਨ੍ਹਾਂ ਨੂੰ ਇਹੀ ਨਹੀਂ ਪਤਾ ਕਿ ਲਾਈਫ ਦਾ ਏਮ ਕੀ ਆ, ਉਹ ਦੂਸਰੇ ਵਿਅਕਤੀ ਨੂੰ ਕਿੱਦਾਂ ਗਾਈਡ ਕਰ ਸਕਦੇ ਆ। ਸਾਡੀ ਜਿਹੜੀ ਸੋਸਾਇਟੀ, ਜਿਸ ਸੋਸਾਇਟੀ 'ਚ ਅਸੀਂ ਰਹਿ ਰਹੇ ਹਾਂ, ਇਹ ਟੋਟਲ ਕਿਓਸ ਸੋਸਾਇਟੀ ਹੈ। ਕਿਸੇ ਨੂੰ ਕੁਝ ਨਹੀਂ ਪਤਾ ਕੀ ਕਰਨਾ, ਔਰ ਸਾਰੇ ਮੂਰਖਾਂ ਵਾਂਗੂ ਦੌੜੀ ਜਾ ਰਹੇ। ਆਪਣੇ ਲਈ ਤਾਂ ਕੋਈ ਜੀ ਨਹੀਂ ਰਿਹਾ, ਅਸੀਂ ਆਪਣੇ ਲਈ ਜੀ ਨਹੀਂ ਰਹੇ। ਮਤਲਬ ਇੱਕ ਸੈਂਸ ਆਪਣੇ ਲਈ ਜੀਣਾ ਮਤਲਬ ਆਤਮਾ ਲਈ, ਅਸੀਂ ਆਤਮਾ ਲਈ ਨਹੀਂ ਜੀ ਰਹੇ, ਅਸੀਂ ਤਾਂ ਸਿਰਫ ਇਸ ਸਰੀਰ ਲਈ ਜੀ ਰਹੇ ਹਾਂ, ਔਰ ਆਪਣੀਆਂ ਇੰਦਰੀਆਂ ਨੂੰ ਤੁਸ਼ਟ ਕਰਨਾ ਚਾਹੁੰਦੇ ਹਾਂ। ਔਰ ਇੰਦਰੀਆਂ ਸਾਡੀਆਂ ਤੁਸ਼ਟ ਕਦੀ ਨਹੀਂ ਹੋ ਸਕਦੀਆਂ, ਅਸੀਂ ਜਿੰਨਾ ਮਰਜ਼ੀ ਜ਼ੋਰ ਲਾ ਲਈਏ। ਜਿੰਨਾ ਚਿਰ ਅਸੀਂ ਇੰਦਰੀਆਂ ਦੇ ਸਵਾਮੀ ਨੂੰ, ਭਗਵਾਨ ਕ੍ਰਿਸ਼ਨ ਨੂੰ ਅਸੀਂ ਸੈਟੀਸਫਾਈ ਨਹੀਂ ਕਰਦੇ, ਉਹਨਾਂ ਚਿਰ ਅਸੀਂ ਕਦੀ ਵੀ ਸੈਟੀਸਫਾਈ ਨਹੀਂ ਹੋ ਸਕਦੇ। ਤਾਂ ਅੱਗੇ ਸ਼੍ਰੀਲ ਪ੍ਰਭੂਪਾਦ ਦੱਸਦੇ ਹੈ, ਪ੍ਰਭੂਪਾਦ ਕਹਿ ਰਹੇ ਹੈ ਕਿ ਹਾਂ, ਭਗਵਦ ਗੀਤਾ ਦੇ 7ਵੇਂ ਅਧਿਆਏ ਦੇ 19ਵੇਂ ਸ਼ਲੋਕ ਦੇ ਵਿੱਚ है ना, कितना एक्चुअली बहुत कॉम्प्लेक्स है भगवान ਨੂੰ ਸਮਝਣਾ। ਭਗਵਾਨ ਨੂੰ ਸਮਝਣਾ ਕੋਈ ਆਸਾਨ ਕੰਮ ਨਹੀਂ, ਹਰ ਵਿਅਕਤੀ ਭਗਵਾਨ ਨੂੰ ਨਹੀਂ ਸਮਝ ਸਕਦਾ। ਭਗਵਾਨ ਖੁਦ ਕਹਿ ਰਿਹਾ ਭਗਵਦ ਗੀਤਾ ਦੇ 7ਵੇਂ ਅਧਿਆਏ ਦੇ 19ਵੇਂ ਸ਼ਲੋਕ ਦੇ ਵਿੱਚ, ਭਗਵਾਨ ਕਹਿ ਰਿਹਾ ਬਹੁਨਾ ਨਾਮ ਜਨਮਨਾ ਮੰਤੇ, ਕਿ ਮਤਲਬ ਹਜ਼ਾਰਾਂ ਚੋਂ ਕੋਈ ਇੱਕ, ਨਹੀਂ, ਬਹੁਨਾ ਨਾਮ ਜਨਮਨਾ ਮੰਤੇ ਗਿਆਨਵਾਨ ਪ੍ਰਪद्यते, ਕਿ ਕਈ ਜਨਮਾਂ ਤੋਂ ਬਾਅਦ, ਬਹੁਨਾ ਨਾਮ ਜਨਮਨਾ ਮੰਤੇ ਗਿਆਨਵਾਨ ਪ੍ਰਪद्यते ਵਾਸੁਦੇਵਮ ਸਰਵमिति ਸਾ ਮਹਾਤਮਾ ਸੁਦੁਰਲਭ। ਬਹੁਤ ਜਨਮਾਂ ਤੋਂ ਬਾਅਦ ਪਤਾ ਚੱਲਦਾ ਹੈ ਕਿ ਮੈਂ ਭਗਵਾਨ ਹਾਂ, ਔਰ ਇਹੋ ਜਿਹਾ ਮਹਾਤਮਾ ਜਿਹਨੂੰ ਪਤਾ ਲੱਗ ਜਾਏ ਕਿ ਮੈਂ ਭਗਵਾਨ ਹਾਂ, ਇਹੋ ਜਿਹਾ ਮਹਾਤਮਾ ਲੱਭਣਾ ਸੁਦੁਰਲਭ ਹੈ, ਬਹੁਤ ਮੁਸ਼ਕਿਲ ਹੈ ਇਹੋ ਜਿਹਾ ਮਹਾਤਮਾ ਲੱਭਣਾ। ਤਾਂ ਅਸੀਂ ਲੱਕੀ ਹਾਂ, ਐਕਚੁਅਲੀ ਵੀ ਆਰ ਵੈਰੀ ਲੱਕੀ, ਅਸੀਂ ਬਹੁਤ ਲੱਕੀ ਹਾਂ ਕਿ ਅਸੀਂ, ਪਹਿਲੀ ਗੱਲ ਤਾਂ ਅਸੀਂ ਭਾਰਤ ਭੂਮੀ ਦੇ ਵਿੱਚ ਜਨਮ ਲਿਆ, ਦੂਜੀ ਗੱਲ ਭਾਰਤ 'ਚ ਜਨਮ ਲੈ ਕੇ ਸਾਨੂੰ ਭਗਤਾਂ ਦਾ ਸੰਗ ਮਿਲ ਗਿਆ। ਇਹ ਸਭ ਤੋਂ ਵੱਡੀ ਜਿਹੜੀ ਹੈ ਬੂਨ ਜਿਹੜੀ ਸਾਡੇ ਕੋਲ ਹੈ, ਉਹ ਹੈ ਭਗਵਾਨ ਦੇ ਭਗਤਾਂ ਦਾ ਸੰਗ ਕਰਨਾ। ਸਾਡੇ ਕੋਲ ਇਹੋ ਜਿਹੀ ਚੀਜ਼ ਸਾਨੂੰ ਮਿਲ ਗਈ, ਭਗਵਾਨ ਨੇ ਸਾਡੇ ਤੇ ਇਹੋ ਜਿਹੀ ਕਿਰਪਾ ਕਰ ਦਿੱਤੀ। ਲੋਕੀ ਮੰਦਿਰਾਂ ਜਾਂਦੇ ਆ, ਮੰਗਦੇ ਆ ਸਾਡੇ ਤੇ ਕਿਰਪਾ ਕਰੋ। ਕਿਰਪਾ ਕਰਨ ਦਾ ਕੀ ਮਤਲਬ ਹੈ? ਭਗਵਾਨ ਦੀ ਸਭ ਤੋਂ ਵੱਡੀ ਕਿਰਪਾ ਕੀ ਹੈ? ਭਗਵਾਨ ਦੀ ਸਭ ਤੋਂ ਵੱਡੀ ਕਿਰਪਾ ਕਿ ਸਾਨੂੰ ਭਗਤਾਂ ਦਾ ਸੰਗ ਮਿਲ ਗਿਆ। ਅਸੀਂ ਇਹੋ ਜਿਹੇ ਲੋਕਾਂ ਦੇ ਨਾਲ ਰਹਿ ਰਹੇ ਹਾਂ ਜਿਹੜੇ ਭਗਵਾਨ ਨੂੰ ਸੰਤੁਸ਼ਟ ਕਰਨ ਲਈ ਪ੍ਰਯਾਸ ਕਰ ਰਹੇ। ਇਹੀ ਸਭ ਤੋਂ ਵੱਡੀ ਗੱਲ ਹੈ। ਸਾਡੀ ਲਾਈਫ ਦਾ ਏਮ ਹੀ ਇਹ ਹੋਣਾ ਚਾਹੀਦਾ ਕਿ ਅਸੀਂ ਭਗਵਾਨ ਨੂੰ ਸੈਟੀਸਫਾਈ ਕਰਨਾ, ਭਗਤਾਂ ਨੂੰ ਸੈਟੀਸਫਾਈ ਕਰਨਾ। ਜੇ ਭਗਤ ਸੈਟੀਸਫਾਈ ਹੋ ਗਏ, ਭਗਵਾਨ ਆਪਣੇ ਆਪ ਹੀ ਸੈਟੀਸਫਾਈ ਹੋ ਜਾਣਗੇ। ਜਿੱਦਾਂ ਭਗਵਾਨ ਨੂੰ ਸੈਟੀਸਫਾਈ ਕਰਤਾ, ਸਾਰਾ ਸੰਸਾਰ ਸੈਟੀਸਫਾਈ ਕਰਤਾ ਤੁਸੀਂ। ਜੇਕਰ ਤੁਸੀਂ ਭਗਤਾਂ ਨੂੰ ਸੈਟੀਸਫਾਈ ਕਰਤਾ, ਤਾਂ ਵੀ ਤੁਸੀਂ ਸਾਰਾ ਸੰਸਾਰ ਸੈਟੀਸਫਾਈ ਕਰਤਾ, ਕਿਉਂਕਿ ਭਗਤਾਂ ਨੂੰ ਸੈਟੀਸਫਾਈ ਕਰਤਾ ਤੁਸੀਂ, ਤਾਂ ਭਗਵਾਨ ਆਪਣੇ ਆਪ ਹੀ ਸੈਟੀਸਫਾਈ ਹੋ ਜਾਣਗੇ। ਭਗਵਾਨ ਕਹਿੰਦੇ ਕਿ ਮੈਂ ਉਹਦਾ ਭਗਤ ਹਾਂ ਜਿਹੜਾ ਮੇਰੇ ਭਗਤਾਂ ਦਾ ਭਗਤ ਹੈ। ਮਤਲਬ ਭਗਵਾਨ, ਜੇਕਰ ਅਸੀਂ ਸਿੱਧੀ ਭਗਵਾਨ ਦੀ ਭਗਤੀ ਕਰਾਂਗੇ, ਕਈਆਂ ਦੀ ਮਾਈਂਡ ਦੇ ਵਿੱਚ ਇਹ ਵੀ ਚੀਜ਼ ਹੁੰਦੀ ਹੈ ਕਿ ਅਸੀਂ ਤਾਂ ਜੀ ਭਗਵਾਨ ਦੀ ਭਗਤੀ ਕਰਦੇ ਹਾਂ, ਔਰ ਉਹ ਭਗਤਾਂ ਨੂੰ ਜ਼ਿਆਦਾ ਇੰਪੋਰਟੈਂਸ ਨਹੀਂ ਦਿੰਦੇ, ਤਾਂ ਉਹਨਾਂ ਦੀ ਭਗਤੀ ਭਗਵਾਨ ਐਕਸੈਪਟ ਨਹੀਂ ਕਰਦੇ। ਭਗਵਾਨ ਉਹਦੀ ਭਗਤੀ ਐਕਸੈਪਟ ਕਰਦੇ ਆ ਜਿਹੜੇ ਭਗਤਾਂ ਦਾ ਵੀ ਭਗਤ ਹੈ, ਜਿਹੜਾ ਭਗਵਾਨ ਦੇ ਭਗਤਾਂ ਦਾ ਭਗਤ ਹੈ, ਉਹਦੀ ਭਗਤੀ ਭਗਵਾਨ ਐਕਸੈਪਟ ਕਰਦੇ ਆ। ਤਾਂ ਭਗਵਾਨ ਨੂੰ ਸਮਝਣਾ ਆਸਾਨ ਕੰਮ ਨਹੀਂ ਹੈ, ਭਗਵਾਨ ਨੂੰ ਸਮਝਣਾ ਈਜ਼ੀ ਨਹੀਂ ਹੈ। ਤਾਂ ਪ੍ਰਭੂਪਾਦ ਇਹ ਵੀ ਕਹਿ ਰਹੇ ਕਿ ਅੱਜ ਕੱਲ ਤਾਂ ਲੋਕ ਇਹੋ ਜਿਹੇ ਮੂਰਖ ਲੋਕ ਹੈ, ਉਹ ਜਿਹੜੇ ਕਿਸੇ ਨੂੰ ਵੀ ਭਗਵਾਨ ਮੰਨ ਲੈਂਦੇ ਆ। ਫੋਰ ਐਗਜ਼ਾਮਪਲ, ਗਲੀ ਦੇ ਵਿੱਚ ਕੋਈ ਚੌਂਕੀ ਦੇ ਰਿਹਾ ਤਾਂ ਉਹਨੂੰ ਭਗਵਾਨ ਮੰਨ ਲੈਣਗੇ, ਜਾਂ ਕਿਤੇ ਉਹ ਕਿਸੇ ਜਗ੍ਹਾ ਦੇ ਉੱਤੇ ਕੋਈ ਚਾਦਰ ਚੜਾ ਦਿੱਤੀ ਕਿਸੇ ਨੇ ਤਾਂ ਉਹਨੂੰ ਭਗਵਾਨ ਮੰਨ ਲੈਣਗੇ, ਉੱਥੇ ਮੱਥਾ ਟੇਕ ਦੇਣਗੇ। ਜਾਂ ਕੋਈ ਪੱਥਰ ਪਿਆ, ਉਹਦੇ ਉੱਤੇ ਕਿਸੇ ਨੇ ਫੁੱਲ ਚੜਾ ਦਿੱਤੇ ਤਾਂ ਉਹ ਉੱਥੇ ਮੱਥਾ ਟੇਕਣਾ ਸ਼ੁਰੂ ਹੋ ਜਾਣਗੇ। ਮਤਲਬ ਬਿਨਾਂ ਅੰਡਰਸਟੈਂਡਿੰਗ ਤੋਂ, ਕੋਈ ਅੰਡਰਸਟੈਂਡ ਨਹੀਂ, ਕੋਈ ਗਿਆਨ ਨਹੀਂ ਹੈ, ਕੋਈ ਨੌਲੇਜ ਨਹੀਂ ਹੈ, ਔਰ ਬਿਨਾਂ ਸੋਚੇ ਸਮਝੇ ਦੂਸਰਿਆਂ ਦੇ ਪਿੱਛੇ ਲੱਗ ਕੇ ਕਿਸੇ ਨੂੰ ਵੀ ਭਗਵਾਨ ਮੰਨ ਲੈਂਦੇ। ਪ੍ਰਭੂਪਾਦ ਕਹਿ ਰਹੇ ਉਹ ਦੇ ਆਰ ਨਾਟ ਮੋਰ ਦੈਨ ਐਨੀਮਲਸ, ਉਹ ਇੱਕ ਜਾਨਵਰ ਨੇ। ਉਹ ਜਾਨਵਰ ਤੋਂ ਜ਼ਿਆਦਾ ਨਹੀਂ ਹੈ, ਉਹਨਾਂ ਕੋਲ ਬੁੱਧੀ ਨਹੀਂ ਹੈ ਸਮਝਣ ਲਈ, ਨਾ ਹੀ ਉਹ ਸਮਝਣਾ ਚਾਹੁੰਦੇ ਆ, ਔਰ ਉਹ ਇਹ ਸੋਚ ਰਿਹਾ ਕਿ ਉਹ ਬਹੁਤ ਹੀ ਜ਼ਿਆਦਾ ਇੰਟੈਲੀਜੈਂਟ ਲੋਕ ਨੇ। ਔਰ ਪੁਆਇੰਟ ਇਹ ਹੈ ਕਿ ਉਹ ਬਹੁਤ ਜ਼ਿਆਦਾ ਫੁਲਿਸ਼ ਨੇ, ਇਹ ਪੁਆਇੰਟ ਹੈ। ਹੁਣ ਇੱਥੇ ਅੱਗੇ ਪ੍ਰਭੂਪਾਦ ਕਹਿ ਰਹੇ ਆ ਕਿ ਇੱਕ ਚੀਜ਼ ਆਪਾਂ, ਜਿੱਦਾਂ ਅਸੀਂ ਪ੍ਰਤੀਕਾਰਮ ਦੀ ਗੱਲ ਕਰ ਰਹੇ ਹਾਂ ਨਾ, ਇੱਥੇ ਪ੍ਰਤੀਕਾਰਮ ਦੀ ਗੱਲ ਹੋ ਰਹੀ ਹੈ, ਤੇ ਪ੍ਰਤੀਕਾਰਮ ਮਤਲਬ ਕਾਉਂਟਰੈਕਸ਼ਨ ਕਰਨਾ। ਤਾਂ ਕਾਉਂਟਰੈਕਸ਼ਨ ਤਾਂ ਅਸੀਂ ਕਰਦੇ ਹਾਂ,
है ना, ਅਸੀਂ ਕਾਉਂਟਰੈਕਸ਼ਨ ਕਰਦੇ ਆ, ਬਟ ਕਾਉਂਟਰੈਕਸ਼ਨ ਤਾਂ ਹੀ ਪੂਰਾ ਹੁੰਦਾ ਜਦੋਂ ਉਹਨੂੰ ਭਗਵਾਨ ਸੈਂਕਸ਼ਨ ਕਰਦੇ ਆ। ਜੇ ਭਗਵਾਨ ਸਾਡੇ ਕਾਉਂਟਰੈਕਸ਼ਨ ਨੂੰ, ਸਾਡੇ ਬਚਾਅ ਨੂੰ, ਜਿੱਦਾਂ ਅਸੀਂ ਆਪਣਾ ਬਚਾਅ ਕਰਨਾ ਚਾਹੁੰਦੇ ਹਾਂ, ਤਾਂ ਜੇ ਭਗਵਾਨ ਹੀ ਉਹਨੂੰ ਸੈਂਕਸ਼ਨ ਨਹੀਂ ਕਰਨਗੇ ਤਾਂ ਅਸੀਂ ਬਚਾਅ ਨਹੀਂ ਕਰ ਸਕਦੇ ਆਪਣਾ। ਜਿੱਦਾਂ ਰਾਖੇ ਕ੍ਰਿਸ਼ਨ ਮਾਰੇ ਕੇ, ਮਾਰੇ ਕ੍ਰਿਸ਼ਨ ਰਾਖੇ ਕੇ, ਜੇ ਸਾਨੂੰ ਭਗਵਾਨ ਨੇ ਬਚਾ ਲਿਆ ਤਾਂ ਸਾਨੂੰ ਕੋਈ ਨਹੀਂ ਮਾਰ ਸਕਦਾ, ਜੇ ਸਾਨੂੰ ਭਗਵਾਨ ਨੇ ਮਾਰ ਦਿੱਤਾ ਤਾਂ ਸਾਨੂੰ ਕੋਈ ਨਹੀਂ ਬਚਾ ਸਕਦਾ। ਪੁਆਇੰਟ ਇਹ ਹੈ। ਫੋਰ ਐਗਜ਼ਾਮਪਲ ਜਿੱਦਾਂ ਤੁਸੀਂ ਕਈ ਐਗਜ਼ਾਮਪਲਾਂ ਸੁਣੀਆਂ ਵਾ, ਤੁਸੀਂ ਪ੍ਰਹਲਾਦ ਮਹਾਰਾਜ ਦੀ ਐਗਜ਼ਾਮਪਲ ਸੁਣੀ ਹੈ। ਪ੍ਰਹਲਾਦ ਮਹਾਰਾਜ ਦੀ ਐਗਜ਼ਾਮਪਲ ਦੇ ਕੇਸ 'ਚ ਕੀ ਹੈ ਕਿ ਹਿਰण्यकश्यप ਜਿਹੜਾ ਉਹ ਬਹੁਤ ਪਰੇਸ਼ਾਨ ਕਰਦਾ ਪ੍ਰਹਲਾਦ ਮਹਾਰਾਜ ਨੂੰ। ਪ੍ਰਹਲਾਦ ਮਹਾਰਾਜ ਬਹੁਤ ਵੱਡੇ ਮਹਾਨ ਭਗਤ ਸੀਗੇ ਭਗਵਾਨ ਦੇ, ਬਹੁਤ ਪਰੇਸ਼ਾਨ ਕਰਦਾ, ਕਦੀ ਉਹਨਾਂ ਨੂੰ ਪਹਾੜ ਤੋਂ ਸੁੱਟ ਦਿੰਦਾ, ਕਦੀ ਸ਼ਰਾਬ, ਹਾਥੀ ਨੂੰ ਸ਼ਰਾਬ ਪਿਆ ਕੇ ਉਹਨਾਂ ਦੇ ਅੱਗੇ ਸੁੱਟ ਦਿੰਦਾ, ਹਾਥੀ ਦੇ ਅੱਗੇ ਸੁੱਟ ਦਿੰਦਾ, ਕਦੀ ਜਿੱਦਾਂ ਉਹ ਅੱਗ ਦੇ ਵਿੱਚ ਸੁੱਟ ਦਿੰਦਾ। ਤਾਂ ਕਿੰਨੇ ਸਾਰੇ ਪ੍ਰਹਲਾਦ ਮਹਾਰਾਜ ਨੂੰ ਉਹਨਾਂ ਨੇ, ਜਿਹੜਾ ਹਿਰण्यकश्यप ਸੀਗਾ, ਉਹਨੇ ਕਿੰਨੇ ਸਾਰੀ ਯਾਤਨਾਵਾਂ ਦੇਣ ਦੀਆਂ ਕੋਸ਼ਿਸ਼ ਕੀਤੀਆਂ, ਬਟ ਕੀ ਉਹ ਪ੍ਰਹਲਾਦ ਮਹਾਰਾਜ ਨੂੰ ਮਾਰ ਪਾਇਆ? ਨਹੀਂ ਮਾਰ ਪਾਇਆ। ਪ੍ਰਹਲਾਦ ਮਹਾਰਾਜ ਦਾ ਵਾਲ ਵੀ ਵਿੰਗਾ ਨਹੀਂ ਕਰ ਪਾਇਆ। ਪ੍ਰਹਲਾਦ ਮਹਾਰਾਜ ਦੀ ਖਿਆਤੀ ਪੂਰੇ ਸੰਸਾਰ ਦੇ ਵਿੱਚ ਹੈ। ਕਿਉਂ ਹੈ ਖਿਆਤੀ ਪੂਰੇ ਸੰਸਾਰ ਦੇ ਵਿੱਚ? ਕਿਉਂਕਿ ਭਗਵਾਨ ਨੇ ਉਹਨਾਂ ਨੂੰ ਬਚਾਇਆ। ਉਹ ਭਗਵਾਨ ਦੀ ਸ਼ੁੱਧ ਭਗਤੀ ਕਰ ਰਹੇ ਨੇ, ਸ਼ੁੱਧ ਭਗਵਾਨ ਦੇ ਸ਼ੁੱਧ ਭਗਤ ਨੇ, ਤੇ ਸ਼ੁੱਧ ਭਗਤਾਂ ਦੀ ਖਿਆਤੀ ਪੂਰੇ ਸੰਸਾਰ ਦੇ ਵਿੱਚ ਹੁੰਦੀ ਹੈ। ਔਰ ਇੰਨੇ ਸਾਰੇ ਦੁੱਖ ਹੋਣ ਦੇ ਬਾਵਜੂਦ ਮਤਲਬ ਉਹਨਾਂ ਨੂੰ ਮਾਰਿਆ ਜਾ ਰਿਹਾ, ਉਹਨਾਂ ਨੂੰ ਯਾਤਨਾਵਾਂ ਦਿੱਤੀਆਂ ਜਾ ਰਹੀਆਂ ਆਪਣੇ ਪਰਿਵਾਰ ਦੇ ਵਿੱਚ। ਜਾਂ ਤਾਂ ਹੋਏ ਨਾ ਕੋਈ ਕਿਸੇ ਨੇ ਫੜ ਲਿਆ, ਜਾਂ ਕੋਈ ਹੋਰ ਕੋਈ ਦੂਜਾ, ਕੋਈ ਦੂਸਰੀ ਕੰਟਰੀ ਦਾ ਜਾਂ ਕੋਈ ਦੂਸਰਾ ਮੈਂਬਰ ਜਿਹੜਾ ਆ ਉਹਨੂੰ ਮਾਰ ਰਿਹਾ, ਆਪਣੇ ਹੀ ਪਰਿਵਾਰ ਦੇ ਜਿਹੜੇ ਆਪਣੇ ਪਿਤਾ ਹੀ ਮਾਰ ਰਹੇ ਆ ਉਹਨੂੰ, ਤਾਂ ਵੀ ਪ੍ਰਹਲਾਦ ਮਹਾਰਾਜ ਜਿਹੜੇ ਆ ਉਹ ਬਿਲਕੁਲ ਵੀ ਦੁਖੀ ਨਹੀਂ ਹੈ। ਉਹਨਾਂ ਨੂੰ ਕੋਈ ਦੁੱਖ ਨਹੀਂ ਹੈ, ਕਿਉਂਕਿ ਉਹ ਸਿਰਫ ਔਰ ਸਿਰਫ ਉਹਨਾਂ ਦੀ ਜਿਹੜੀ ਇੰਟੈਲੀਜੈਂਸ ਹੈ ਜਾਂ ਉਹਨਾਂ ਦੀ ਜਿਹੜੀ ਚੇਤਨਾ ਉਹ ਸਿਰਫ ਭਗਵਾਨ ਦੇ ਵਿੱਚ ਫਿਕਸ ਹੈ। ਉਹਨਾਂ ਨੂੰ ਹਰ ਜਗ੍ਹਾ ਭਗਵਾਨ ਨਜ਼ਰ ਆ ਰਿਹਾ। ਤਾਂ ਹਿਰण्यकश्यप ਕਹਿੰਦਾ ਕਿ ਤੈਨੂੰ ਇਸ ਖੰਭੇ ਦੇ ਵਿੱਚ ਭਗਵਾਨ ਨਜ਼ਰ ਆ ਰਿਹਾ, ਤਾਂ ਪ੍ਰਹਲਾਦ ਬਾਰੇ ਕਹਿੰਦੇ ਹਾਂ ਇਸ ਖੰਭੇ ਦੇ ਵਿੱਚ ਵੀ ਭਗਵਾਨ ਨੇ, ਭਗਵਾਨ ਤਾਂ ਹਰ ਜਗ੍ਹਾ ਨੇ। ਤੁਹਾਡੀ ਸ਼ਕਤੀ, ਜੋ ਵੀ ਸ਼ਕਤੀ ਤੁਹਾਡੇ ਕੋਲ ਹੈ, ਉਹ ਸ਼ਕਤੀ ਤੁਹਾਡੀ ਭਗਵਾਨ ਕੋਲ ਹੀ ਆ ਰਹੀ ਹੈ, ਕਿਉਂਕਿ ਭਗਵਾਨ ਹੀ ਅਲਟੀਮੇਟ, ਹਰ ਚੀਜ਼ ਦਾ ਸੋਰਸ ਭਗਵਾਨ ਹੀ ਨੇ। ਤਾਂ ਹਿਰण्यकश्यप ਨੂੰ ਗੁੱਸਾ ਚੜਦਾ, ਉਹ ਖੰਭੇ ਤੇ ਜਦੋਂ ਮਾਰਦਾ ਤਾਂ ਅੰਦਰੋਂ ਨਰਸਿੰਘ ਦੇਵ ਪ੍ਰਗਟ ਹੋ ਜਾਂਦੇ। ਹਿਰण्यकश्यप ਨੇ कैसा वरदान लिया सीगा? हिरण्यकश्यप ने वरदान लिया सी, ना मैं अंदर मरा, ना मैं बाहर मरा, ना मैं दिने मरा, ना मैं रात ਨੂੰ ਮਰਾਂ, है ना, ਨਾ ਮੈਂ ਜਾਨਵਰ ਤੋਂ ਮਰਾਂ, ਨਾ ਹੀ ਮੈਨੂੰ ਦੇਵਤਾ ਮਾਰ ਸਕਣ। ਕਿੰਨੇ ਤਰ੍ਹਾਂ ਦੇ, ਹਰ ਤਰ੍ਹਾਂ ਤੋਂ ਘੇਰ ਲਿਆ ਉਹਨੇ, ਲੇਕਿਨ ਉਹ ਆਪਣੇ ਨੂੰ ਬਚਾ ਨਹੀਂ ਪਾਇਆ, ਕਿਉਂਕਿ ਭਗਵਾਨ ਨੇ ਉਹਦਾ ਬਚਾਅ ਸੈਂਕਸ਼ਨ ਨਹੀਂ ਕੀਤਾ। ਅਸੀਂ ਆਪਣਾ ਬਚਾਅ ਉਦੋਂ ਹੀ ਕਰ ਸਕਦੇ ਜਦੋਂ ਭਗਵਾਨ ਸਾਨੂੰ ਬਚਾਣਗੇ। ਜਦੋਂ ਭਗਵਾਨ ਸਾਨੂੰ ਬਚਾਉਣਾ ਚਾਹੁੰਦੇ, ਸਾਨੂੰ ਕੋਈ ਨਹੀਂ ਮਾਰ ਸਕਦਾ। ਜੇਕਰ ਭਗਵਾਨ ਸਾਨੂੰ ਮਾਰਨਾ ਚਾਹੁੰਦੇ, ਸਾਨੂੰ ਕੋਈ ਨਹੀਂ ਬਚਾ ਸਕਦਾ। ਰਾਖੇ ਕ੍ਰਿਸ਼ਨ ਮਾਰੇ ਕੇ, ਮਾਰੇ ਕ੍ਰਿਸ਼ਨ ਰਾਖੇਗੇ। ਤਾਂ ਉਹੀ ਚੀਜ਼ ਇੱਥੇ ਵੀ ਐਪਲੀਕੇਬਲ ਆ, ਜੋ ਚੀਜ਼ ਉੱਥੇ ਚੱਲ ਰਹੀ ਹੈ। ਜਿੱਦਾਂ ਬਾਅਦ ਨਰਸਿੰਘ ਦੇ ਭਗਵਾਨ ਨੇ ਜਿਹੜਾ ਹਿਰण्यकश्यप ਨੂੰ ਮਾਰ ਦਿੱਤਾ, है ना, और प्रहलाद महाराज ਨੂੰ ਬਚਾਇਆ, ਕਿਉਂਕਿ ਭਗਵਾਨ ਚਾਹੁੰਦੇ ਸੀ ਪ੍ਰਹਲਾਦ ਨੂੰ ਬਚਾਣਾ ਔਰ ਹਿਰण्यकश्यप ਨੂੰ ਮਾਰਨਾ। ਤਾਂ ਹਿਰण्यकश्यप ਇਹਨੇ ਵਰਦਾਨ ਲੈ ਕੇ ਵੀ ਆਪਣੇ ਆਪ ਨੂੰ ਨਹੀਂ ਬਚਾ ਪਾਇਆ। ਔਰ ਦੂਸਰੀ ਸਾਈਡ ਪ੍ਰਹਲਾਦ ਮਹਾਰਾਜ ਭਗਤੀ ਕਰ ਰਹੇ ਸੀ, ਭਗਵਾਨ ਨੂੰ ਤੁਸ਼ਟ ਕਰ ਰਹੇ ਸੀ, ਤਾਂ ਭਗਵਾਨ ਨੇ ਪ੍ਰਹਲਾਦ ਮਹਾਰਾਜ ਨੂੰ ਬਚਾਇਆ। ਤਾਂ ਇਹੀ ਚੀਜ਼ ਇੱਥੇ ਵੀ ਐਪਲੀਕੇਬਲ ਹੈ। ਅਰਜੁਨ ਜਿਹੜਾ ਆ ਉਹ ਭਗਵਾਨ ਦੇ ਨਾਲ, ਭਗਵਾਨ ਅਰਜੁਨ ਦੇ ਨਾਲ ਨੇ, ਔਰ ਅਰਜੁਨ ਪ੍ਰੋਟੈਕਟਡ ਹੈ। ਚਾਹੇ ਜਿੰਨੇ ਮਰਜ਼ੀ ਦੁੱਖ ਆ ਜਾਣ, ਚਾਹੇ ਜਿੰਨੇ ਮਰਜ਼ੀ ਦੁੱਖ ਆ ਜਾਣ, ਉਹ ਦੁੱਖ ਇੱਕ ਭਗਤ ਨੂੰ ਦੁੱਖ ਨਹੀਂ ਲੱਗਦੇ। ਜਿਹੜੇ ਪਾਂਡਵ ਸੀਗੇ ਉਹਨਾਂ ਦੀ ਲਾਈਫ ਦੇ ਵਿੱਚ ਬੜੇ ਜ਼ਿਆਦਾ ਦੁੱਖ ਆਏ। ਬਚਪਨ ਤੋਂ ਹੀ ਉਹਨਾਂ ਦੇ ਪਿਤਾ, ਜਦੋਂ ਉਹਨਾਂ ਦੀ ਡੈਥ ਹੋ ਗਈ, ਤਾਂ ਫਿਰ ਉਹਨਾਂ ਦੇ ਨਾਲ ਜਿਹੜਾ ਓਪਰਿਆਂ ਵਰਗਾ ਵਿਵਹਾਰ ਕੀਤਾ ਗਿਆ ਧ੍ਰਿਤਰਾਸ਼ਟਰ ਦੇ ਪੁੱਤਰਾਂ ਦੁਆਰਾ। ਦੁਰਯੋਧਨ ਜਿਹੜਾ ਉਹ ਬਚਪਨ ਤੋਂ ਹੀ ਬੜਾ ਐਂਟੀ ਸੀਗਾ, ਮਤਲਬ ਅਗੇਂਸਟ ਸੀਗਾ। ਭੀਮ ਨੂੰ ਜ਼ਹਿਰ ਦਿੱਤਾ ਉਹਨੇ ਖਾਣ ਦੇ ਲਈ, ਜਾਂ ਕਈ ਵਾਰੀ ਉਹਨਾਂ ਨੂੰ ਲਾਕਸ਼ਾ ਗ੍ਰਹਿ ਦੇ ਵਿੱਚ ਭੇਜਿਆ, ਉੱਥੇ ਅੱਗ ਲਾ ਦਿੱਤੀ। ਫਿਰ ਉਹਨਾਂ ਨੂੰ ਧਰੁਤ ਕੀੜਾ ਜੂਏ ਦੇ ਵਿੱਚ ਮਤਲਬ ਕਿ ਫਸਾ ਲਿਆ ਗਿਆ, ਹੈ ਨਾ, ਜੂਏ ਦੇ ਵਿੱਚ ਉਹਨਾਂ ਸਾਰਾ ਰਾਜਪਾਟ ਖੋਲਿਆ ਗਿਆ। ਫਿਰ ਉਹਨਾਂ ਨੂੰ ਵਨਵਾਸ ਦੇ ਦਿੱਤਾ, ਔਰ ਵਨਵਾਸ ਦੇ ਦਿੱਤਾ। ਕਿੰਨੀਆਂ ਸਾਰੀਆਂ ਯਾਤਰਾ, ਵਨਵਾਸ ਰਹਿਣਾ ਸੌਖਾ ਕੰਮ ਨਹੀਂ। ਅਸੀਂ ਸੋਚਦੇ ਹਾਂ ਕਿ ਇੱਕ ਦਿਨ ਸਾਡੇ ਘਰ ਬੱਤੀ ਚਲ ਜਾਵੇ ਤਾਂ ਸਾਨੂੰ ਪੰਗਾ ਪੈ ਜਾਂਦਾ ਹੈ ਨਾ, ਕਿ ਅੱਜ ਬੱਤੀ ਨਹੀਂ ਆਈ, ਅੱਜ ਇਹ ਕੰਮ ਕਰਨਾ ਸੀਗਾ, ਉਹ ਕੰਮ ਕਰਨਾ ਸੀਗਾ, ਕੱਪੜੇ ਨਹੀਂ। ਅੱਜ ਕੱਲ ਤਾਂ ਹਰ ਚੀਜ਼ ਮਸ਼ੀਨ ਦੇ ਨਾਲ ਅਸੀਂ ਕਰ ਰਹੇ ਹਾਂ, ਕੱਪੜੇ ਵੀ ਮਸ਼ੀਨ ਨਾਲ ਧੋ ਰਹੇ ਹਾਂ, ਔਰ ਕੱਪੜੇ ਜੋ ਕੁਝ ਵੀ ਕਰ ਰਹੇ ਹਾਂ ਸਭ ਕੁਝ ਮਸ਼ੀਨੀ ਲਾਈਫ ਹੈ। ਹਮਾਰੀ ਕਿਚਨ ਦੇ ਵਿੱਚ ਵੀ ਕਿੰਨੀਆਂ ਸਾਰੀਆਂ ਮਸ਼ੀਨਸ ਹੈ। ਜੇਕਰ ਇੱਕ ਦਿਨ ਬੱਤੀ ਨਾ ਸਾਡੀ ਲਾਈਫ ਦੇ ਵਿੱਚ ਆਵੇ, ਇਲੈਕਟ੍ਰਿਸਿਟੀ ਨਾ ਆਵੇ, ਤਾਂ ਸਾਡੀ ਲਾਈਫ ਡਿਸਟਰਬ ਹੋ ਜਾਂਦੀ ਹੈ। ਤਾਂ ਵਨਵਾਸ 'ਚ ਰਹਿਣਾ, ਵਨ ਦੇ ਵਿੱਚ ਰਹਿਣਾ ਕੋਈ ਸੌਖਾ ਕੰਮ ਨਹੀਂ ਹੈ। ਇਟਸ ਨਾਟ ਐਨ ਈਜ਼ੀ ਜੌਬ। ਤਾਂ ਉਹ ਵਨ 'ਚ ਰਹੇ, ਇੰਨੀਆਂ ਮੁਸ਼ਕਲਾਂ ਉਹਨਾਂ ਦੀ ਲਾਈਫ 'ਚ ਆਈਆਂ, ਇੰਨੀਆਂ ਮੁਸ਼ਕਲਾਂ ਉਹਨਾਂ ਦੀ ਲਾਈਫ 'ਚ ਆਈਆਂ, ਲੇਕਿਨ ਫਿਰ ਵੀ ਉਹ ਦੁਖੀ ਨਹੀਂ ਹੋਏ। ਈਵਨ ਜੇਕਰ ਅਸੀਂ ਪੜ੍ਹੀਏ ਤਾਂ ਕੁੰਤੀ ਮਹਾਰਾਣੀ ਭਗਵਾਨ ਤੋਂ ਦੁੱਖ ਮੰਗ ਰਹੇ। ਜਦੋਂ ਅਸੀਂ ਕੁੰਤੀ ਮਹਾਰਾਣੀ ਦੀਆਂ ਸਿੱਖਿਆਵਾਂ ਪੜ੍ਹਦੇ ਹਾਂ ਤਾਂ ਕੁੰਤੀ ਮਹਾਰਾਣੀ ਭਗਵਾਨ ਨੂੰ ਕਹਿ ਰਹੇ ਕਿ ਮੈਨੂੰ ਹੋਰ ਦੁੱਖ ਦਿਓ ਭਗਵਾਨ, ਤੁਸੀਂ ਜਿੰਨੇ ਦੁੱਖ ਮੈਨੂੰ ਦੇ ਸਕਦੇ ਹੋ ਮੈਨੂੰ ਦਿਓ, ਤਾਂ ਕਿ ਮੈਂ ਤੁਹਾਡਾ ਸਮਰਨ ਕਰਦੀ ਰਵਾਂ, ਹਮੇਸ਼ਾ ਤੁਹਾਨੂੰ ਯਾਦ ਕਰਦੀ ਰਵਾਂ। ਤਾਂ ਇੱਕ ਜਿਹੜਾ ਭਗਤ ਹੁੰਦਾ ਉਹ ਕਦੀ ਵੀ ਦੁਖੀ ਨਹੀਂ ਹੁੰਦਾ, ਉਹ ਕਦੀ ਵੀ ਆਪਣੇ ਆਪ ਨੂੰ ਦੁਖੀ ਫੀਲ ਨਹੀਂ ਕਰਦਾ, ਕਿਉਂਕਿ ਉਹ ਡੁਅਲਿਟੀ ਸੁੱਖ ਦੁੱਖ ਤੋਂ ਉੱਪਰ ਪਹੁੰਚ ਜਾਂਦਾ, ਕਿਉਂਕਿ ਉਹਦੀ ਲਾਈਫ ਦਾ ਏਮ ਇੱਕ ਬਣ ਜਾਂਦਾ, ਉਹਦੀ ਲਾਈਫ ਦਾ ਏਮ ਬਣ ਜਾਂਦਾ ਭਗਵਾਨ ਨੂੰ ਸੈਟੀਸਫਾਈ ਕਰਨਾ।
ਜਦੋਂ ਭਗਵਾਨ ਨੂੰ ਸੈਟੀਸਫਾਈ ਕਰ ਰਿਹਾ ਹੁੰਦਾ ਤਾਂ ਉਹਦੇ ਲਈ ਮੈਟਰ ਹੀ ਨਹੀਂ ਕਰਦਾ ਕਿ ਉਹ ਸੁਖੀ ਹੈ ਜਾਂ ਦੁਖੀ ਹੈ, ਜਾਂ ਉਹ ਸਰਦੀ ਚ ਹੈ ਜਾਂ ਗਰਮੀ ਚ ਹੈ। ਉਹਦੇ ਲਈ ਇੱਕ ਹੀ ਚੀਜ਼ ਮੈਟਰ ਕਰਦੀ ਹੈ ਕਿ ਕਿਆ ਮੇਰੇ ਇਸ ਐਕਸ਼ਨ ਦੇ ਨਾਲ, ਜੋ ਮੈਂ ਕਰ ਰਿਹਾ, ਮੇਰੇ ਇਸ ਐਕਸ਼ਨ ਦੇ ਨਾਲ ਭਗਵਾਨ ਸੈਟੀਸਫਾਈ ਹੋ ਰਿਹਾ ਹੈ। ਜੇਕਰ ਮੇਰੇ ਇਸ ਐਕਸ਼ਨ ਨਾਲ ਭਗਵਾਨ ਸੈਟੀਸਫਾਈ ਹੋ ਰਹੇ ਹੈ ਤਾਂ ਉਹ ਸਹੀ ਐਕਸ਼ਨ ਹੈ। ਜੇਕਰ ਉਸ ਐਕਸ਼ਨ ਕਰਨ ਦੇ ਨਾਲ ਭਗਵਾਨ ਸੈਟੀਸਫਾਈ ਨਹੀਂ ਹੋ ਰਹੇ, ਭਗਵਾਨ ਹੀ ਪ੍ਰਸੰਨ ਨਹੀਂ ਹੋ ਰਹੇ, ਤ੍ਰਿਲੋਕੀ ਦੇ ਸਵਾਮੀ ਪ੍ਰਸੰਨ ਨਹੀਂ ਹੋ ਰਹੇ, ਤਾਂ ਫਿਰ ਉਸ ਐਕਸ਼ਨ ਦੀ ਕੋਈ ਵੈਲਿਊ ਨਹੀਂ ਹੈ। ਤਾਂ ਇਹੀ ਜਿਹੜਾ ਆ ਤੋਂ ਜਿਹੜਾ ਰੀਅਲ ਪ੍ਰਤੀਕਾਰਮ ਹੈ, ਜਿਹੜਾ ਰੀਅਲ ਬਚਾਵ ਹੈ ਸਾਡਾ, ਉਹ ਕੌਣ ਕਰ ਸਕਦਾ? ਉਹ ਸਿਰਫ ਕ੍ਰਿਸ਼ਨ ਹੀ ਕਰ ਸਕਦੇ। ਦੁਖਾਲਯਮ ਸ਼ਾਸ਼ਵਤਮ, ਐਡਾ ਵੱਡਾ ਦੁੱਖਾਂ ਦਾ ਘਰ ਹੈ ਸੰਸਾਰ ਹੈ, ਇੱਥੇ ਹਰ ਵਿਅਕਤੀ ਦੁਖੀ ਹੈ। ਜੇਕਰ ਸਾਡੇ ਸਾਹਮਣੇ ਕੋਈ ਬੈਠੇ ਤਾਂ ਹੈ ਨਾ, ਜਿਸ ਸਾਡੇ ਸਾਹਮਣੇ ਕੋਈ ਬੈਠੇ, ਹਰ ਵਿਅਕਤੀ ਨੂੰ ਲੱਗਦਾ ਕਿ ਉਹਦਾ ਦੁੱਖ ਬਹੁਤ ਵੱਡਾ ਹੈ ਔਰ ਬਾਕੀਆਂ ਦਾ ਦੁੱਖ ਜਿਹੜਾ ਉਹ ਛੋਟਾ ਹੈ। ਜੇਕਰ ਸਾਡੇ ਸਾਹਮਣੇ ਕੋਈ ਵਿਅਕਤੀ ਬੈਠੇ ਨਾ ਤੇ ਉਹ ਅਸੀਂ ਉਹਨੂੰ ਕਹੀਏ ਕਿ ਤੂੰ ਆਪਣਾ ਦੁੱਖ ਸਾਡੇ ਨਾਲ ਐਕਸਚੇਂਜ ਕਰ ਲਾ, ਤਾਂ ਅਸੀਂ ਵਾਪਸ ਆਪਣੇ ਦੁੱਖ ਚੁੱਕ ਕੇ ਵਾਪਸ ਆ ਜਾਵਾਂਗੇ। ਕਿਉਂਕਿ ਹਰ ਵਿਅਕਤੀ ਦਾ ਦੁੱਖ ਜਿਹੜਾ ਵਾ ਉਹ ਸਾਡੇ ਤੋਂ ਵੀ ਵੱਡਾ ਵਾ, ਉਹਦਾ ਦੁੱਖ ਸਾਡੇ ਤੋਂ ਵੱਡਾ, ਸਾਡਾ ਦੁੱਖ ਤਾਂ ਹੈ ਹੀ ਹੈ, ਦੂਸਰੇ ਵਿਅਕਤੀ ਦਾ ਸਾਡੇ ਤੋਂ ਵੱਡਾ, ਤੀਸਰੇ ਦਾ ਸਾਡੇ ਤੋਂ ਵੱਡਾ। ਹਰ ਵਿਅਕਤੀ ਦੁਖੀ ਹੈ ਸੰਸਾਰ ਦੇ ਵਿੱਚ, ਔਰ ਹਰ ਵਿਅਕਤੀ ਖੋਜ ਕਰ ਰਿਹਾ ਹੈ ਕਿ ਕਿੱਦਾਂ ਸੁਖੀ ਹੋਇਆ ਜਾਵੇ। ਸਾਇੰਸ ਵੀ ਇਹੀ ਖੋਜ ਕਰ ਰਹੀ ਹੈ ਕਿ ਕਿੱਦਾਂ ਸੈਟਿਸਫੈਕਸ਼ਨ ਲਿਆਂਦੀ ਜਾਵੇ, ਕਿੱਦਾਂ ਅਸੀਂ ਆਪਣੀ ਲਾਈਫ ਨੂੰ ਈਜ਼ੀ ਕਰੀਏ। ਇਹ ਪੱਖੇ ਬਣਾ ਦਿੱਤੇ, ਲਾਈਟ ਬਣਾ ਦਿੱਤੀ, ਫੋਨ ਬਣਾ ਦਿੱਤੇ, ਹਰ ਚੀਜ਼ ਉਹਨਾਂ ਨੇ ਡਿਵੈਲਪ ਕਰ ਦਿੱਤੀ। ਕਿਉਂ? ਤਾਂ ਕਿ ਸਾਡੀ ਲਾਈਫ, ਅਸੀਂ ਆਪਣੇ ਆਪ ਨੂੰ ਸੈਟਿਸਫਾਈ ਕਰ ਸਕੀਏ। We want to be satisfied, ਅਸੀਂ ਆਪਣੇ ਆਪ ਨੂੰ ਸੈਟਿਸਫਾਈ ਕਰਨਾ ਚਾਹੁੰਦੇ ਹਾਂ, ਬਟ ਸੈਟਿਸਫਾਈ ਅਸੀਂ ਹੋ ਨਹੀਂ ਸਕਦੇ, ਕਿਉਂਕਿ ਅਸੀਂ ਜਿਸ ਚੀਜ਼ ਨੂੰ ਸੈਟਿਸਫਾਈ ਕਰ ਰਹੇ ਹਾਂ ਉਹ ਚੀਜ਼ ਕਦੀ ਸੈਟਿਸਫਾਈ ਹੋ ਹੀ ਨਹੀਂ ਸਕਦੀ। ਸਾਡਾ ਮਨ ਕਦੀ ਸੈਟਿਸਫਾਈ ਹੋ ਨਹੀਂ ਸਕਦਾ। ਲੇਕਿਨ ਇੱਕ ਕੇਸ 'ਚ ਸੈਟਿਸਫਾਈ ਹੋ ਸਕਦਾ, ਜਦੋਂ ਭਗਵਾਨ ਸੈਟਿਸਫਾਈ ਹੋ ਜਾਣ। ਜਦੋਂ ਸਾਡਾ ਮਨ ਭਗਵਾਨ 'ਚ ਲੱਗ ਗਿਆ ਤਾਂ ਆਪਣੇ ਆਪ ਹੀ ਸਾਡਾ ਜਿਹੜਾ ਮਨ ਹੈ ਉਹ ਸ਼ਾਂਤ ਹੋ ਜਾਏਗਾ। ਉਦੋਂ ਉਹ ਇਹ ਮਨ ਜਿਹੜਾ ਸੋਚ ਰਿਹਾ ਸੰਸਾਰ ਬਾਰੇ, ਭੌਤਿਕਤਾ ਬਾਰੇ ਸੋਚ ਰਿਹਾ, ਉਦੋਂ ਇਹ ਮਨ ਜਿਹੜਾ ਭੌਤਿਕ ਨਹੀਂ ਰਹੇਗਾ, ਉਦੋਂ ਇਹ ਮਨ ਜਿਹੜਾ ਉਹ ਅਧਿਆਤਮਿਕ ਬਣ ਜਾਏਗਾ ਔਰ ਸ਼ਾਂਤ ਹੋ ਜਾਏਗਾ। ਤੇ ਲੈਕਚਰ ਦਾ ਜੋ ਸਾਡਾ ਹੈਡਿੰਗ ਸੀਗਾ ਉਹ ਸੀਗਾ ਦੁੱਖਾਂ ਤੋਂ ਛੁਟਕਾਰਾ। ਤੇ ਪੁਆਇੰਟ ਹੈ ਕਿ ਕਿੱਦਾਂ ਅਸੀਂ ਆਪਣੇ ਦੁੱਖਾਂ ਤੋਂ ਛੁਟਕਾਰਾ ਪਾ ਸਕਦੇ ਹਾਂ। ਜੇਕਰ ਅਸੀਂ ਆਪਣੇ ਦੁੱਖਾਂ ਤੋਂ ਛੁਟਕਾਰਾ ਪਾਣਾ ਹੈ ਤਾਂ ਸਾਨੂੰ ਭਗਵਾਨ ਦੀ ਸ਼ਰਨ 'ਚ ਜਾਣਾ ਹੀ ਪਏਗਾ। ਭਗਵਾਨ ਕਹਿ ਰਹੇ ਹੈ, ਸਰਵ ਧਰਮਾਨਿ ਪਰਿਤਯਜਯ ਮਾਮ ਏਕਮ ਸ਼ਰਣੰ ਵ੍ਰਜ ਅਹਮ त्वाम सर्व पापेभ्यो मोक्षयिष्यामि मा शुचा। ਭਗਵਾਨ ਕਹਿ ਰਹੇ ਸਾਰੇ ਧਰਮਾਂ ਦਾ ਤਿਆਗ ਕਰਕੇ ਮੇਰੀ ਸ਼ਰਨ 'ਚ ਆ ਜਾਓ, ਮੈਂ ਤੈਨੂੰ ਸਾਰੇ ਪਾਪਾਂ ਤੋਂ ਮੁਕਤ ਕਰ ਦਾਂਗਾ। ਡਰੀ ਨਾ, ਤੂੰ ਡਰੀ ਨਾ। ਸਾਨੂੰ ਡਰ ਲੱਗਦਾ, ਫੋਰ ਐਗਜ਼ਾਮਪਲ ਜਦੋਂ ਅਸੀਂ ਤਿਲਕ ਲਾ ਕੇ ਬਾਹਰ ਜਾਂਦੇ ਤਾਂ ਸਾਨੂੰ ਡਰ ਲੱਗਦਾ, ਕਿਉਂਕਿ ਤਿਲਕ ਲਾਣਾ ਕੀ ਹੈ? ਭਗਵਾਨ ਦੀ ਸ਼ਰਨ 'ਚ ਜਾਣਾ। ਜਦੋਂ ਅਸੀਂ ਤਿਲਕ ਲਾਉਂਦੇ ਹਾਂ ਤਾਂ ਮਤਲਬ ਅਸੀਂ ਭਗਵਾਨ ਦੀ ਸ਼ਰਨ ਜਾ ਰਹੇ ਹਾਂ, ਅਸੀਂ ਭਗਵਾਨ ਨੂੰ ਧਾਰਨ ਕਰ ਰਹੇ ਹਾਂ ਆਪਣੇ ਸਰੀਰ ਦੇ ਉੱਤੇ। ਜਾਂ ਫੋਰ ਐਗਜ਼ਾਮਪਲ ਤੁਸੀਂ ਕਿਸੇ ਪਾਰਟੀ ਤੇ ਜਾਂਦੇ ਹੋ, ਹਨਾ, ਔਰ ਉੱਥੇ ਸਾਰੇ ਲੋਕ ਕੁਝ ਨਾ ਕੁਝ ਖਾ ਰਹੇ ਹੁੰਦੇ ਆ, ਤਾਂ ਬਾਈ ਚਾਂਸ ਤੁਹਾਨੂੰ ਜਾਣਾ ਪੈ ਗਿਆ। ਡਿਵੋਟਿਸ ਜ਼ਿਆਦਾਤਰ ਅਵੋਇਡ ਕਰਦੇ ਆ, ਪਾਰਟੀਜ਼ ਤੇ ਨਹੀਂ ਜਾਂਦੇ। ਫੋਰ ਐਗਜ਼ਾਮਪਲ ਕੁਝ ਬਹੁਤ ਜ਼ਿਆਦਾ ਅਰਜੈਂਟ ਫੰਕਸ਼ਨ ਤੁਹਾਨੂੰ ਜਾਣਾ ਪੈ ਗਿਆ ਉੱਥੇ, ਤਾਂ ਤੁਸੀਂ ਤਾਂ ਕੁਝ ਨਹੀਂ ਖਾਓਗੇ ਕਿਉਂਕਿ ਉਹ ਅਨਆਫਰਡ ਹੈ, ਭਗਵਾਨ ਨੂੰ ਭੋਗ ਨਹੀਂ ਲੱਗਿਆ। ਤਾਂ ਦੂਸਰੇ ਲੋਕ ਜਿਹੜੇ ਆ ਉਹ ਇਹ ਸੋਚਣਗੇ ਕਿ ਯਾਰ ਇੱਕ ਐਸਾ ਵਿਅਕਤੀ ਹੈ ਸਾਡੇ ਨਾਲ ਆ ਕੇ ਬਹਿ ਗਿਆ, ਕੁਝ ਖਾ ਹੀ ਨਹੀਂ ਰਿਹਾ, ਸਾਨੂੰ ਕੰਪਨੀ ਨਹੀਂ ਦੇ ਰਿਹਾ। ਤਾਂ ਪੁਆਇੰਟ ਹੈ ਕਿ ਉੱਥੇ ਸਾਡੇ ਲਈ ਕੀ ਇੰਪੋਰਟੈਂਟ ਹੈ? ਇੰਪੋਰਟੈਂਟ ਹੈ ਭਗਵਾਨ। ਸਾਡੇ ਐਕਸ਼ਨ ਨਾਲ ਕੀ ਭਗਵਾਨ ਸੈਟੀਸਫਾਈ ਹੋ ਰਿਹਾ? ਜੇ ਮੈਂ ਉਹ ਚੀਜ਼ ਖਾਵਾਂਗਾ ਕੀ ਭਗਵਾਨ ਸੈਟੀਸਫਾਈ ਹੋਣਗੇ? ਬਿਲਕੁਲ ਨਹੀਂ ਹੋਣਗੇ। ਭਗਵਾਨ ਕਹਿ ਰਹੇ ਕਿ ਜੇ ਤੁਸੀਂ ਭੋਗ ਲਗਾ ਕੇ ਨਹੀਂ ਖਾ ਰਹੇ ਜਾਂ ਤੁਸੀਂ ਮੈਨੂੰ ਆਫਰ ਨਹੀਂ ਕਰ ਰਹੇ, ਤੁਸੀਂ ਪਾਪ ਖਾ ਰਹੇ ਹੋ, ਤਾਂ ਭਗਵਾਨ ਤਾਂ ਖੁਸ਼ ਨਹੀਂ ਹੋਣਗੇ, ਬਿਲਕੁਲ ਹੀ ਪ੍ਰਸੰਨ ਨਹੀਂ ਹੋਣਗੇ, ਹੈ ਨਾ। ਤਾਂ ਅਸੀਂ ਜੇਕਰ ਦੁੱਖਾਂ ਤੋਂ ਛੁਟਕਾਰਾ ਚਾਹੁੰਦੇ ਹਾਂ, ਜੇ ਆਪਣੇ ਆਪ ਨੂੰ ਸੈਟੀਸਫਾਈ ਕਰਨਾ ਚਾਹੁੰਦੇ ਹਾਂ, ਤਾਂ ਸਾਨੂੰ ਭਗਵਾਨ ਦੀ ਸ਼ਰਨ 'ਚ ਜਾਣਾ ਹੀ ਪਏਗਾ। ਭਗਵਾਨ ਕਰੇ ਡਰੋ ਮਤ, ਡਰੋ ਨਾ। ਅਸੀਂ ਡਰਦੇ ਹਾਂ, ਕੋਈ ਵੀ ਐਕਸ਼ਨ ਅਸੀਂ ਕਰਦੇ ਹਾਂ ਤਾਂ ਅਸੀਂ ਡਰਦੇ ਹਾਂ। ਭਗਤੀ ਜਦੋਂ ਅਸੀਂ ਮਾਲਾ ਫੜ ਕੇ ਬਾਹਰ ਜਾਂਦੇ ਸਾਨੂੰ ਡਰ ਲੱਗਦਾ ਕਿ ਕੋਈ ਦੇਖੇਗਾ ਕਿ ਇਹ ਕੀ ਹੈ, ਹਨਾ। ਕਈ ਡਿਵੋਟਿਸ ਏਦਾਂ ਹੀ ਦੱਸਦੇ ਆ ਕਿ ਕਈ ਜਦੋਂ ਉਹ ਨਵੇਂ ਜਦੋਂ ਉਹ ਮਾਲਾ ਫੜ ਕੇ ਜਾ ਰਹੇ ਸੀਗੇ ਤਾਂ ਕਈ ਲੋਕੀ ਹੁਣ ਕਹਿੰਦੇ ਤੁਹਾਡੇ ਹੱਥ ਤੇ ਸੱਟ ਲੱਗੀ ਹੈ, ਇਹ ਤੁਹਾਡੇ ਹੱਥ ਤੇ ਕੀ ਹੋਇਆ, ਇਹ ਤੁਸੀਂ ਕੀ ਲਪੇਟਿਆ ਹੋਇਆ ਆਪਣੇ ਹੱਥ ਤੇ, ਇਹ ਮਾਲਾ 'ਚ ਕੀ, ਇਹ ਗੁੱਥੀ ਵਿੱਚ ਕੀ ਪਾਇਆ ਹੋਇਆ। ਲੋਕੀ ਛੇੜਦੇ ਆ ਕਿ ਇਹ ਗੁੱਥੀ ਕੀ ਹੈ, ਇਹ ਕੀ ਤੁਸੀਂ ਬਣੇ ਹੋਏ ਹੋ, ਤੁਹਾਡੇ ਵਾਲ ਕਿਉਂ ਨਹੀਂ ਹੈਗੇ। ਮੈਨੂੰ ਕਈ ਲੋਕ ਕਹਿੰਦੇ ਤੁਸੀਂ ਵਾਲ ਕਿਉਂ ਨਹੀਂ ਰੱਖੇ। ਤਾਂ ਪੁਆਇੰਟ ਇਹ ਹੈ ਕਿ ਸਾਨੂੰ ਇਹ ਸੋਚਣਾ ਚਾਹੀਦਾ ਕਿ ਸਾਡੇ ਐਕਸ਼ਨਸ ਦੇ ਨਾਲ ਕੀ ਭਗਵਾਨ ਸੈਟੀਸਫਾਈ ਹੋ ਰਹੇ। ਜੇ ਭਗਵਾਨ ਸੈਟੀਸਫਾਈ ਹੋ ਗਏ ਤਾਂ ਆਪਣੇ ਆਪ ਹੀ ਸਾਰੇ ਦੁੱਖਾਂ ਤੋਂ ਛੁਟਕਾਰਾ ਮਿਲ ਜਾਏਗਾ, ਆਪਣੇ ਆਪ ਹੀ ਮਨ ਜਿਹੜਾ ਉਹ ਸ਼ਾਂਤ ਹੋ ਜਾਏਗਾ। ਮਨ ਜਿਹੜਾ ਇੱਕ ਸਾਗਰ ਦੇ ਸਮਾਨ ਹੈ ਜਿਹਦੇ 'ਚ ਤਰੰਗਾਂ ਉੱਠੀ ਜਾ ਰਹੀਆਂ, ਉਹ ਬਿਲਕੁਲ ਸ਼ਾਂਤ ਹੋ ਜਾਏਗਾ, ਬਿਲਕੁਲ ਸ਼ਾਂਤ। ਜਿੱਦਾਂ ਇੱਕ ਸਮੁੰਦਰ ਹੁੰਦਾ, ਉਹ ਕਿਨਾਰੇ ਤੇ ਬੜਾ ਸ਼ਾਂਤ ਹੁੰਦਾ, ਉਹ ਬੜੀਆਂ ਆਵਾਜ਼ਾਂ ਕਰਦਾ, ਉਹਦੀਆਂ ਵੇਵ ਜਿਹੜੀਆਂ ਉਹ ਆਈ ਜਾਂਦੀਆਂ। ਲੇਕਿਨ ਜੇ ਤੁਸੀਂ ਸਮੁੰਦਰ ਦੇ ਵਿੱਚ ਚਲੇ ਜਾਓਗੇ, ਬਿਲਕੁਲ ਸੈਂਟਰ ਚਲੇ ਜਾਓਗੇ, ਥੱਲੇ ਚਲੇ ਜਾਓਗੇ, ਬਿਲਕੁਲ ਪਾਣੀ ਦੇ ਅੰਦਰ, ਤਾਂ ਉੱਥੇ ਸਮੁੰਦਰ ਬਿਲਕੁਲ ਸ਼ਾਂਤ ਹੁੰਦਾ। ਤਾਂ ਸਾਡਾ ਮਨ ਵੀ ਜਿਹੜਾ ਇੱਕਦਮ ਅਸ਼ਾਂਤ ਹੈ, ਜਿਹੜਾ ਸੰਸਾਰ ਦੀਆਂ ਚੀਜ਼ਾਂ ਪਿੱਛੇ ਭੱਜੀ ਜਾ ਰਿਹਾ, ਔਰ ਇੰਨਾ ਭੱਜ ਕੇ ਵੀ ਸ਼ਾਂਤ ਨਹੀਂ ਹੋ ਰਿਹਾ, ਸੈਟੀਸਫਾਈ ਨਹੀਂ ਹੋ ਰਿਹਾ।
ਉਹ ਸਿਰਫ ਇੱਕ ਜਗ੍ਹਾ ਤੇ ਸੈਟੀਸਫਾਈ ਹੋ ਸਕਦਾ, ਉਹ ਹੋ ਸਕਦਾ ਜਦੋਂ ਅਸੀਂ ਕ੍ਰਿਸ਼ਨ ਭਾਵਨਾ ਭਾਵਿਤ ਹੋ ਜਾਾਂਗੇ, ਜਦੋਂ ਅਸੀਂ ਵਾਕਈ ਭਗਵਾਨ ਦੇ ਚਰਨਾਂ 'ਚ ਲੱਗ ਜਾਵਾਂਗੇ, ਜਦੋਂ ਵਾਕਈ ਸਾਡੀ ਲਾਈਫ ਦਾ ਜਿਹੜਾ ਏਮ ਹੈ ਉਹ ਭਗਵਾਨ ਨੂੰ ਸੈਟੀਸਫਾਈ ਕਰਨਾ ਹੋ ਜਾਊਗਾ। ਜਦੋਂ ਇਹ ਹੋ ਜਾਊਗਾ ਤਾਂ ਉਦੋਂ ਸਾਡੀ ਲਾਈਫ ਸਕਸੈਸ ਹੋ ਜਾਊਗੀ, ਉਦੋਂ ਆਪਣੇ ਆਪ ਹੀ ਸਾਰੇ ਦੁੱਖ ਖਤਮ ਹੋ ਜਾਣਗੇ, ਸਾਰੀਆਂ ਤਕਲੀਫਾਂ ਖਤਮ ਹੋ ਜਾਣਗੀਆਂ। हरे कृष्णा। श्रील प्रभुपाद की जय।